ਬਹੁਤ ਸਾਰੇ ਸਟੂਡੈਂਟਾਂ ਦੇ ਮਨਾਂ ਦੇ ਵਿੱਚ ਸਵਾਲ ਹੁੰਦੇ ਨੇ ਕਿ ਸਾਡੇ ਸਟੱਡੀ ਵੀਜ਼ੇ ਕਿਉਂ ਨਹੀਂ ਅਪਰੂਵ ਹੋ ਰਹੇਗੇ, ਸਾਡੇ ਵਰਕ ਪਰਮਿਟ ਕਿਉਂ ਨਹੀਂ ਆ ਰਹੇ, ਸਾਡੀ ਪੀਆਰ ਦੇ ਵਿੱਚ ਕਿਉਂ ਦੇਰੀ ਲੱਗ ਰਹੀ ਆ, ਸਾਡੇ ਸਪਾਊਸ ਵੀਜ਼ੇ ਕਿਉਂ ਨਹੀਂ ਆ ਰਹੇ। ਹਰ ਇੱਕ ਦੇ ਇਹ ਮਨਾਂ 'ਚ ਸਵਾਲ ਨੇ ਅੱਜ ਦੇ ਟਾਈਮ ਦੇ ਵਿੱਚ। ਸੋ ਅੱਜ ਤੁਹਾਡੇ ਹਰ ਇੱਕ ਸਵਾਲ ਦਾ ਅਸੀਂ ਜਵਾਬ ਦੇਵਾਂਗੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨੇ ਅੱਜ ਰਾਜਵਿੰਦਰ ਸਿੰਘ ਸੰਧੂ ਜੀ, ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਟਵਾ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਨੇ। ਕੀ ਨਵੀਆਂ ਪਾਲਿਸੀਆਂ ਆਈਆਂ ਨੇ ਇਮੀਗ੍ਰੇਸ਼ਨ ਦੇ ਵਿੱਚ, ਕੀ ਨਵੇਂ ਰੂਲ ਆਏ ਨੇ, ਕੀ ਕੁਝ ਚੇਂਜ ਹੋਇਆ, ਕਿਵੇਂ ਤੁਸੀਂ ਸੌਖੇ ਤਰੀਕੇ ਦੇ ਨਾਲ ਜਿਹੜੇ ਆਪਣੇ ਵੀਜ਼ੇ ਲੈ ਸਕਦੇ ਹੋ, ਹਰ ਇੱਕ ਪਾਲਿਸੀ ਦੇ ਬਾਰੇ ਅੱਜ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਟਾਕ ਵਿਦ ਸਮਾਗ ਦੇ ਵਿੱਚ ਤੁਹਾਡਾ ਸਵਾਗਤ ਹੈ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸੋ ਸੰਧੂ ਸਾਹਿਬ ਨਾਲ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਉੱਪਰ। ਸੰਧੂ ਸਾਹਿਬ, ਗੱਲਾਂ ਬਾਤਾਂ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਤੁਹਾਡੇ ਬਾਰੇ ਜ਼ਰੂਰ ਜਾਣ ਲਈਏ ਕਿ ਕਦੋਂ ਤੁਸੀਂ ਕੈਨੇਡਾ ਆਏ, ਕਿਹੜੀ ਸਟੱਡੀ ਕੀਤੀ ਇੱਥੇ ਆ ਕੇ, ਤੇ ਕੀ ਕਾਰਨ ਰਿਹਾ ਕਿ ਤੁਹਾਨੂੰ ਇਮੀਗ੍ਰੇਸ਼ਨ ਦੀ ਜਿਹੜੀ ਲਾਈਨ ਆ ਉਹ ਚੂਜ਼ ਕਰਨੀ ਪਈ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ 1987 ਦੇ ਵਿੱਚ ਇੱਥੇ ਆਇਆ ਸੀਗਾ, ਅਤੇ ਉਸ ਟਾਈਮ 'ਤੇ ਮੈਂ ਛੋਟਾ ਹੀ ਸੀਗਾ, ਅਤੇ ਸਕੂਲ ਦੇ ਵਿੱਚੋਂ 8ਵੀਂ ਜਮਾਤ 'ਚੋਂ ਹਟ ਕੇ ਮੈਂ ਇੱਥੇ ਆਇਆ, ਅਤੇ ਇੱਥੇ ਆ ਕੇ ਫਿਰ ਮੈਂ ਸਾਰੀ ਪੜ੍ਹਾਈ ਇੱਥੋਂ ਹਾਈ ਸਕੂਲ ਦੀ ਕੀਤੀ, ਬਾਕੀ ਫਿਰ ਯੂਨੀਵਰਸਿਟੀ ਗਿਆ, ਅਤੇ ਫਿਰ ਇਸ ਤੋਂ ਅੱਗੇ ਫਿਰ ਮੈਂ ਆਪਦੀ CPA ਦੀ ਡੈਜ਼ਿਗਨੇਸ਼ਨ ਕੀਤੀ, ਅਤੇ ਇਸ ਤੋਂ ਬਾਅਦ ਫਿਰ ਮੈਂ ਇਮੀਗ੍ਰੇਸ਼ਨ ਵਾਲੀ ਲਾਈਨ ਫੜੀ। ਇਹ ਵੀ ਮੈਂ ਲਾਈਕ ਕਾਫੀ ਹੱਦ ਤੱਕ ਗਵਰਨਮੈਂਟ ਦੇ ਵਿੱਚ ਕੰਮ ਕਰਦਾ ਸੀ ਉਸ ਟਾਈਮ 'ਤੇ। ਮੈਨੂੰ ਫਿਰ ਕੁਛ ਜਿਹੜਾ ਵੀ ਆਪਾਂ ਨੂੰ ਹੁੰਦਾ ਹਮੇਸ਼ਾ ਕੁਛ ਹੋਰ ਵੀ ਕਰੀਏ, ਅਤੇ ਉਸ ਟਾਈਮ 'ਤੇ ਫਿਰ ਮੈਂ ਇਮੀਗ੍ਰੇਸ਼ਨ ਦੀ ਲਾਈਨ ਚੁਣੀ ਜੀ। ਓਕੇ, ਥੈਂਕ ਯੂ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਟਵਾ ਦੇ ਵਿੱਚ ਸਰਵਿਸ ਕਰਦਿਆਂ ਨੂੰ? ਆਟਵਾ ਦੇ ਵਿੱਚ ਇਮੀਗ੍ਰੇਸ਼ਨ ਦੀ ਲਾਈਨ ਤਕਰੀਬਨ ਮੈਂ 15 ਸਾਲ ਤੋਂ ਕਰ ਰਿਹਾ ਜੀ। ਇਸ ਅਗਲੇ ਮਹੀਨੇ ਐਕਚੁਅਲੀ 3 ਤਰੀਕ ਨੂੰ ਅਗਸਤ ਦੇ ਵਿੱਚ ਸਾਡੇ ਪੂਰੇ 15 ਸਾਲ ਹੋ ਰਹੇ ਜੀ। ਓਕੇ, ਪਰਫੈਕਟ, ਹਾਂਜੀ, ਥੈਂਕ ਯੂ। ਸੋ ਸੰਧੂ ਸਾਹਿਬ, ਜੇ ਆਪਾਂ ਗੱਲ ਕਰੀਏ, ਕਦੇ ਵਕਤ ਹੁੰਦਾ ਸੀ, ਕਦੇ ਸਮਾਂ ਸੀਗਾ ਕਿ ਆਸਾਨੀ ਦੇ ਨਾਲ ਕੈਨੇਡਾ ਦਾ ਜਿਹੜਾ ਵੀਜ਼ਾ ਉਹ ਅਪਰੂਵ ਹੋ ਜਾਂਦਾ ਸੀਗਾ, ਚਾਹੇ ਸਟੱਡੀ ਵੀਜ਼ਾ ਹੋਵੇ, ਚਾਹੇ ਵਰਕ ਪਰਮਿਟ ਹੋਵੇ, ਚਾਹੇ ਕੋਈ ਵਿਜ਼ਟਰ ਵੀਜ਼ਾ ਹੋਵੇ। ਪਰ ਜਦੋਂ ਕੋਵਿਡ ਚਲਾ ਗਿਆ, ਇਮੀਗ੍ਰੇਸ਼ਨ ਬੜੀ ਔਖੀ ਹੋ ਗਈ। ਕਦੇ ਲਾਈਟ ਹੁੰਦੀ ਸੀ, ਪਰ ਹੁਣ ਬਹੁਤ ਸਾਰੀ ਔਖੀ ਹੋ ਗਈ ਆ। ਲਾਅ ਡਿਫਰੈਂਟ ਆ ਗਏ ਨੇ, ਵੀਜ਼ੇ ਉਹਨੇ ਅਪਰੂਵ ਨਹੀਂ ਹੋ ਰਹੇ ਜਿੰਨੇ ਹੋਣੇ ਚਾਹੀਦੇ ਸੀਗੇ। ਤੁਹਾਡੇ ਅਕੋਰਡਿੰਗ ਕੀ ਲੱਗਦਾ ਕਿ ਇਮੀਗ੍ਰੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਖਤ ਹੋ ਸਕਦੀ ਆ, ਜਾਂ ਫਿਰ ਰੋਕ ਲੱਗੇਗੀ, ਜਾਂ ਫਿਰ ਇਦਾਂ ਹੀ ਜਿਹੜਾ ਪ੍ਰੋਸੈਸ ਆ, ਜਿਵੇਂ ਕਿੰਨਾ ਟਾਈਮ ਲੱਗ ਰਿਹਾ, ਉਹ ਇਦਾਂ ਹੀ ਚੱਲਦਾ ਰਹੂਗਾ? ਅਸਲ ਵਿੱਚ ਗੱਲ ਇੱਦਾਂ ਜੀ, ਗਵਰਨਮੈਂਟ ਦੀ ਜਿਹੜੀ ਪੋਲਿਸੀ ਆ ਉਹ ਕਾਫੀ ਹੱਦ ਤੱਕ ਕੰਸਿਸਟੈਂਟ ਰਹਿੰਦੀ ਆ, ਵੀ ਉਹਨਾਂ ਦੇ ਸਰਟਨ ਲੈਵਲ ਸੈੱਟ ਕੀਤੇ ਹੁੰਦੇ ਆ। ਹਰ ਸਾਲ ਵੀ ਅਸੀਂ ਇੰਨੇ 4-4.5 ਲੱਖ ਬੰਦਾ ਲੈ ਕੇ ਆਉਣਾ ਐਂਡ ਆਲ ਦੈਟ। ਪਰ ਮੁਸ਼ਕਿਲ ਕਿੱਥੇ ਆਉਂਦੀ ਹੈ ਕਿ ਵੀ ਜ਼ਿਆਦਾਤਰ ਜਿਹੜੇ ਉਹਦੇ ਵਾਸਤੇ ਡਿਮਾਂਡ ਬਹੁਤ ਵੱਧ ਜਾਂਦੀ ਆ। ਜਿਵੇਂ ਡਿਫਰੈਂਟ ਕੰਟਰੀਜ਼ ਤੋਂ ਬੰਦੇ ਸਾਰੀ ਦੁਨੀਆ ਤੋਂ ਆ ਰਹੇ ਆ ਇੱਥੇ, ਅਤੇ ਉਹਨਾਂ ਨੇ ਫਿਰ ਕੀ ਹੈਗਾ ਵੀ ਗਵਰਨਮੈਂਟ ਕੋਲ ਚੋਇਸ ਹੁੰਦੀ ਆ ਕਿ ਕਿਹੜਾ ਬੰਦਾ ਸਾਡੇ ਲਈ ਜ਼ਿਆਦਾ ਫਿੱਟ ਹੈਗਾ, ਅਤੇ ਉਹਨਾਂ ਦੇ ਵਿੱਚ ਕੰਪੈਰੀਟਿਵ ਜਿਹੜੀ ਐਜ ਜਿਹੜੇ ਬੰਦੇ ਕੋਲ ਹੋਏਗੀ ਉਹਦੇ ਲਈ ਸੌਖੀ ਹੈ, ਅਤੇ ਜਿਹੜਾ ਕੋਈ ਬੰਦਾ ਆਪਣੇ ਲੈਵਲ 'ਤੇ ਕੋਈ ਉਸ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਨਹੀਂ ਢਾਲਦਾ, ਉਹਨਾਂ ਲਈ ਔਖੀ ਰਹੇਗੀ ਜੀ। ਓਕੇ, ਥੈਂਕ ਯੂ। ਸੰਧੂ ਸਾਹਿਬ, ਜੇ ਆਪਾਂ ਗੱਲ ਕਰੀਏ PR ਦੀ, ਅੱਜ ਜਿਹੜੇ ਖਾਸ ਤੌਰ 'ਤੇ ਬੱਚੇ ਕੈਨੇਡਾ ਰਹਿੰਦੇ ਨੇ, ਸਟੂਡੈਂਟ ਨੇ, ਉਹ ਸਟ੍ਰੈਸ ਦੇ ਵਿੱਚ ਨੇ ਕਿ ਸਾਡੀ PR ਲੇਟ ਹੋ ਰਹੀ ਆ। ਐਕਸਪ੍ਰੈਸ ਐਂਟਰੀ ਦੀ ਗੱਲ ਕਰ ਲਓ, ਕਿੰਨੇ ਟਾਈਮ ਬਾਅਦ ਡਰਾ ਨਿਕਲਿਆ। TR to PR ਦੀ ਗੱਲ ਕਰ ਲਓ, ਸਾਲ ਹੋ ਗਿਆ ਬੱਚਿਆਂ ਨੂੰ ਫਾਈਲਾਂ ਲਾਈਆਂ ਨੂੰ, ਹਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ। PNP ਵੀ ਬੜੀ ਔਖੀ ਹੁੰਦੀ ਜਾ ਰਹੀ ਓਨਟਾਰੀਓ ਦੇ ਵਿੱਚ। ਕੀ ਲੱਗਦਾ ਕਿ ਇਹ ਸਾਰਾ ਜਿਹੜਾ ਤਾਣਾ ਬਾਣਾ, ਇਹ ਕਿੰਨਾ ਕੁ ਟਾਈਮ ਹੋਰ ਲੱਗ ਸਕਦਾ? ਪ੍ਰੋਸੈਸ ਕਿਉਂ ਡਿਲੇ ਹੋ ਰਿਹਾ PR ਦਾ? ਅਸਲ ਵਿੱਚ ਜੀ ਜਦੋਂ ਕੋਵਿਡ ਆਇਆ, ਕੋਵਿਡ ਦੇ ਨਾਲ ਬਹੁਤ ਕੁਛ ਹਲਚਲ ਹੋਈ ਇੱਧਰ ਉੱਧਰ। ਇੱਕ ਤਾਂ ਜਿਵੇਂ ਗਵਰਨਮੈਂਟ ਵਰਕਰਸ ਨੂੰ ਵੀ ਸਾਰਿਆਂ ਨੂੰ ਵੀ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰਨਾ ਪਿਆ, ਅਤੇ ਹਜੇ ਤੱਕ ਵੀ ਘਰਾਂ ਤੋਂ ਕਰ ਰਹੇ ਹੈਗੇ। ਸੋ ਉਹ ਉਸ ਲੈਵਲ 'ਤੇ ਜਿਵੇਂ ਵੀ ਉਹਨਾਂ ਦੀ ਪ੍ਰੋਸੈਸਿੰਗ ਸਪੀਡ ਨਹੀਂ ਸੀ। ਦੂਜੀ ਕਾਰਨ ਇਹਦੇ ਵਿੱਚ ਇਹ ਸੀਗੇ ਕਿ ਗਵਰਨਮੈਂਟ ਨੇ ਕਈ ਸਾਰੇ ਇੱਕਦਮ ਪ੍ਰੋਗਰਾਮ ਅਨਾਊਂਸ ਕਰ ਦਿੱਤੇ, ਜਿਸ ਤਰ੍ਹਾਂ ਕਿ 40,000 TR to PR ਬੰਦਿਆਂ ਵਾਸਤੇ ਉਹਨਾਂ ਨੇ ਕੀਤਾ। ਹੁਣ ਇੱਕਦਮ ਜਦੋਂ ਇੰਨੀਆਂ ਐਪਲੀਕੇਸ਼ਨਸ ਤੁਸੀਂ ਲੈ ਲੈਂਦੇ ਹੋ, ਪਹਿਲਾਂ ਕੀ ਹੁੰਦਾ ਸੀਗਾ, ਜਿਹੜੀਆਂ ਵੀ ਕੋਈ 8-10 ਹਜ਼ਾਰ ਤੁਹਾਡੀ ਐਪਲੀਕੇਸ਼ਨ ਆ ਰਹੀ ਆ, ਉਹਨਾਂ ਦੀ ਪ੍ਰੋਸੈਸਿੰਗ ਕਪੈਸਿਟੀ ਹੈਗੀ ਆ। ਪਰ ਅੱਜ ਦੇ ਦਿਨ 'ਚ ਕੀ ਹੋਇਆ ਕਿ ਵੀ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਸੀਗੀਆਂ ਆਪਣੀਆਂ ਐਪਲੀਕੇਸ਼ਨਸ ਇਕੱਠੀਆਂ ਲੈ ਲਈਆਂ, ਅਤੇ ਫਿਰ ਹੁਣ ਉਹਨਾਂ 'ਤੇ ਓਬਵੀਅਸਲੀ ਉਹਨਾਂ 'ਤੇ ਕੰਮ ਕਰਨ ਨੂੰ ਤਾਂ ਟਾਈਮ ਲੱਗੇਗਾ ਜੀ। ਓਕੇ, ਥੈਂਕ ਯੂ। ਸੰਧੂ ਸਾਹਿਬ, ਦੇਖਿਆ ਗਿਆ ਕਿ ਜਿਹੜੇ ਬੱਚੇ ਇੰਡੀਆ ਤੋਂ +2 ਕਰਕੇ ਆਉਂਦੇ ਨੇ, ਇੱਥੇ ਡਿਪਲੋਮਾ ਕਰਦੇ ਨੇ, ਡਿਗਰੀ ਕਰਦੇ ਨੇ, ਤਾਂ ਬਹੁਤੇ ਸਟੂਡੈਂਟਾਂ ਦੇ ਐਕਸਪ੍ਰੈਸ ਐਂਟਰੀ ਦੇ ਵਿੱਚ ਪੁਆਇੰਟ ਨਹੀਂ ਬਣਦੇਗੇ। ਤਾਂ ਉਹ ਕੀ ਕਰਦੇ ਨੇ ਫਿਰ, ਜਾਂ ਤਾਂ ਓਨਟਾਰੀਓ ਛੱਡ ਕੇ ਚਲੇ ਜਾਂਦੇ ਨੇ, ਹੋਰ ਪ੍ਰੋਵਿੰਸ ਵਿੱਚ ਜਾ ਕੇ PNP ਅਪਲਾਈ ਕਰਦੇ ਨੇ, ਚਾਹੇ ਨੋਵਾ ਸਕੋਸ਼ੀਆ ਦੀ ਗੱਲ ਕਰ ਲਈਏ, ਸਕੈਚਵਨ ਦੀ ਗੱਲ ਕਰ ਲਈਏ, ਹੋਰ ਕਾਫੀ ਪ੍ਰੋਵਿੰਸਾਂ 'ਚ ਚਲੇ ਜਾਂਦੇ ਨੇ।
ਕੀ ਲੱਗਦਾ ਕਿ ਓਨਟਾਰੀਓ ਅੱਜ ਦੇ ਟਾਈਮ ਦੇ ਵਿੱਚ ਛੱਡ ਦੇਣਾ ਚਾਹੀਦਾ ਸਟੂਡੈਂਟਾਂ ਨੂੰ? ਨਹੀਂ, ਬਿਲਕੁਲ ਨਹੀਂ ਜੀ। ਅਸਲ ਵਿੱਚ ਕੀ ਹੈਗਾ ਕਿ ਜਿਹੜੇ ਵੀ ਪ੍ਰੋਵਿੰਸ ਦੇ ਵਿੱਚ ਤੁਸੀਂ ਪੜ੍ਹਾਈ ਕਰਦੇ ਹੋ, ਜ਼ਿਆਦਾਤਰ ਉਸ ਪ੍ਰੋਵਿੰਸ ਦੇ ਵਿੱਚ ਤੁਹਾਨੂੰ ਕਾਫੀ ਅੱਛੀਆਂ ਆਪਸ਼ਨਸ ਮਿਲਣਗੀਆਂ ਜਿਹੜੀਆਂ ਕਿ ਹੁੰਦੀਆਂ ਆਪਣੀਆਂ PNP ਦੀਆਂ। ਫੋਰ ਐਗਜ਼ਾਮਪਲ, ਜੇ ਓਨਟਾਰੀਓ 'ਚ ਅੱਜ ਦੇ ਦਿਨ 'ਚ ਕਿਸੇ ਬੱਚੇ ਨੇ ਲਗਾਉਣੀ ਹੋਵੇ PNP, ਤੇ ਉਹਨਾਂ ਨੂੰ ਕੋਈ ਵੀ ਐਕਸਪੀਰੀਅੰਸ ਦੀ ਲੋੜ ਨਹੀਂ ਹੈ, ਰਾਈਟ। ਜੇ ਦੂਸਰੇ ਪ੍ਰੋਵਿੰਸ ਜਾਣਗੇ 6 ਮਹੀਨੇ ਤੋਂ ਸਾਲ ਦਾ ਹੋ ਸਕਦਾ ਤੁਹਾਨੂੰ ਤਜਰਬਾ ਚਾਹੀਦਾ, ਫਿਰ ਜਾ ਕੇ ਤੁਸੀਂ ਕੀ ਕਹਿੰਦੇ ਆਪਣੀ ਫਾਈਲ ਲਾ ਸਕਦੇ ਹੋ। ਸੋ ਇਹਦੇ ਵਿੱਚ ਬਹੁਤ ਪਲੈਨਿੰਗ ਦੀ ਲੋੜ ਹੁੰਦੀ ਹੈ ਕਿ ਵੀ ਆਪਾਂ ਕਿੱਧਰ ਨੂੰ ਜਾਣਾ ਹੈਗਾ, ਤੇ ਹਰੇਕ ਸਟੂਡੈਂਟ ਦੀ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ, ਉਹਦੇ ਬੇਸ ਤੇ ਆਪਣਾ ਹੋ ਸਕਦਾ ਆਨਸਰ ਥੋੜਾ ਡਿਫਰੈਂਟ ਹੋਵੇ। ਥੈਂਕ ਯੂ। ਆਪਾਂ ਕੱਲ PNP ਦੀ ਗੱਲ ਕਰ ਰਹੇ ਸੀਗੇ, ਤੁਸੀਂ ਕਿਹਾ ਕਿ ਜਿਹੜੇ ਟੋਰਾਂਟੋ ਦੇ ਵਿੱਚ ਰਹਿੰਦੇ ਨੇ GTA ਦੇ ਵਿੱਚ, ਉਹਨਾਂ ਦੇ ਪੁਆਇੰਟ ਬੜੇ ਘਟ ਜਾਂਦੇ ਨੇ ਉੱਥੇ ਰਹਿਣ ਦੇ ਨਾਲ। ਉਹਦੇ ਬਾਰੇ ਥੋੜਾ ਸਾਨੂੰ ਅੱਜ ਦੱਸੋ ਕਿ ਸਿਟੀ ਦੇ ਵਿੱਚ ਕਿੰਨਾ ਕੁ ਇਫੈਕਟ ਪੈਂਦਾ? ਹਾਂਜੀ, ਜਿਵੇਂ ਆਟਵਾ ਹੋ ਗਿਆ, ਥੰਡਰ ਬੇ, ਸਡਬਰੀ, ਇੱਧਰ ਜੇ ਆਊਟਸਾਈਡ GTA ਦੇ ਵਿੱਚੋਂ ਜੇ ਤੁਸੀਂ ਐਪਲੀਕੇਸ਼ਨ ਲਗਾਉਂਦੇ ਹੋ, ਪੜ੍ਹਾਈ ਦੇ ਵੀ ਤੁਹਾਨੂੰ ਐਕਸਟਰਾ ਪੁਆਇੰਟਸ ਮਿਲਦੇ ਆ, ਤੇ ਦੂਸਰਾ ਹੈ ਜਿਹੜਾ ਤੁਸੀਂ ਜਿਹੜੇ ਜੌਬ ਹੈਗੀ ਆ ਉਹਦੇ ਵੀ ਐਕਸਟਰਾ ਪੁਆਇੰਟਸ ਆ। ਲਾਈਕ ਲੈਟਸ ਸੇ ਟੋਰਾਂਟੋ ਦੇ ਵਿੱਚ ਤੁਹਾਨੂੰ 6 ਤੇ 12 ਪੁਆਇੰਟ ਮਿਲਣਗੇ, ਇੱਥੇ ਤੁਹਾਨੂੰ ਉਹੀ ਲਾਈਕ 20 ਪੁਆਇੰਟ ਮਿਲ ਜਾਂਦੇ ਆ ਬਾਹਰ, ਜੇ ਤੁਸੀਂ ਕੰਮ ਪੜ੍ਹਾਈ ਵੀ ਇੱਥੋਂ ਕੀਤੀ ਹੈ ਤੇ ਆਪਣਾ ਕੰਮ ਵੀ ਉੱਥੇ ਕਰ ਰਹੇ ਹੋ। ਮਤਲਬ ਸਿਟੀ ਦਾ ਪੂਰਾ ਫੈਕਟਰ ਪੈਂਦਾ PR ਦੇ ਕੇਸ ਦੇ ਵਿੱਚ? ਹਾਂਜੀ, ਕਿਉਂਕਿ ਗਵਰਨਮੈਂਟ ਦੀ ਜਿਹੜੀ ਪਾਲਿਸੀ ਹੁੰਦੀ ਹੈ ਉਹ ਇਸ ਤਰ੍ਹਾਂ ਹੁੰਦੀ ਹੈ ਵੀ ਅਸੀਂ ਇਨਕਰੇਜ ਕਿੱਥੇ ਕਰਨਾ, ਲਾਈਕ ਗਰੋਥ ਕਿੱਥੇ ਕਰਨੀ ਚਾਹੁੰਦੇ ਆ। ਸੋ ਗਵਰਨਮੈਂਟ ਦਾ ਇਹ ਹੈਗਾ ਵੀ GTA ਦੇ ਵਿੱਚ ਬਹੁਤ ਰਸ਼ ਪੈ ਰਿਹਾ ਹੈਗਾ, ਤੇ ਪਾਪੂਲੇਸ਼ਨ ਨੂੰ ਬਾਹਰ ਜਿਵੇਂ ਆਟਵਾ ਹੋ ਗਿਆ, ਦੂਸਰੇ ਸ਼ਹਿਰਾਂ ਦੇ ਵਿੱਚ ਜਿਹੜੇ ਕਿ ਹਜੇ ਫਿਰ ਵੀ ਸਾਈਜ਼ੇਬਲ ਸ਼ਹਿਰ ਹੈਗੇ ਆ, ਪਰ ਵੀ ਉਧਰ ਨੂੰ ਰੁਝਾਨ ਵਧਾਇਆ ਜਾਵੇ। ਓਕੇ ਸੰਧੂ ਸਾਹਿਬ, TR to PR ਦੀ ਜੇ ਗੱਲ ਕਰੀਏ, ਬਹੁਤੇ ਬੱਚਿਆਂ ਦੀਆਂ ਜਿਹੜੀਆਂ PRਾਂ ਉਹ ਆ ਚੁੱਕੀਆਂ ਨੇ, ਪਰ ਜਿਨ੍ਹਾਂ ਦਾ ਹਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਫਾਈਲ ਤੇ, ਤਾਂ ਉਹ ਕੀ ਕਰਦੇ ਨੇ, ਆਪਣੇ MP ਕੋਲ ਜਾਂਦੇ ਨੇ, ਮੈਂਬਰ ਆਫ ਪਾਰਲੀਮੈਂਟ ਕੋਲ ਜਾਂਦੇ ਨੇ, ਇਮੀਗ੍ਰੇਸ਼ਨ ਆਫਿਸਰਾਂ ਨੂੰ ਫੋਨ ਕਾਲ ਲਵਾਉਂਦੇ ਨੇ, ਈਮੇਲਸ ਉਹਨਾਂ ਤੋਂ ਥਰੂ ਸੈਂਡ ਕਰਾਉਂਦੇ ਨੇ, ਤਾਂ ਕਈਆਂ ਬੱਚਿਆਂ ਦੇ ਰਿਪਲਾਈ ਬੜੇ ਜਲਦੀ ਆਏ ਨੇ, PR ਹੋ ਗਏ ਇਹ ਚੀਜ਼ਾਂ ਦੇ ਨਾਲ। ਕੀ ਲੱਗਦਾ ਕਿ ਅਪਰੋਚ ਕਰਨੀ ਚਾਹੀਦੀ ਹੈ ਮੈਂਬਰ ਆਫ ਪਾਰਲੀਮੈਂਟ ਤੱਕ, ਜਾਂ ਫਿਰ ਸਟਿਲ ਵੇਟ ਕਰਨਾ ਜੀ? ਇਹ ਨਾ ਜੀ ਸਿਚੁਏਸ਼ਨ ਤੇ ਡਿਪੈਂਡ ਕਰਦਾ। ਜੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਹੋ ਗਿਆ ਤੇ ਫਿਰ ਆਈ ਗੈਸ ਤੁਹਾਨੂੰ ਆਪਣੇ ਪੁੱਛ ਪੜਤਾਲ ਕਰਨੀ ਚਾਹੀਦੀ ਆ। ਪਰ ਜੇ ਤੁਹਾਡਾ ਸਮੇਂ ਦੇ ਦੌਰਾਨ ਜਿਵੇਂ ਜਿਹੜਾ ਵਿਦਿਨ ਦਾ ਟਾਈਮ ਫਰੇਮ ਹੈਗਾ, ਪ੍ਰੋਸੈਸਿੰਗ ਟਾਈਮ ਫਰੇਮ, ਫਿਰ ਉਹ ਇਮੀਗ੍ਰੇਸ਼ਨ ਵੀ ਇਨਕਰੇਜ ਕਰਦੀ ਹੈ ਕਿ ਵੀ ਨਾ ਉਹਦੇ ਉੱਤੇ ਵੀ ਅਨਨੈਸੈਸਰੀ ਕੁਐਰੀਜ਼ ਪਾਈਆਂ ਜਾਣ, ਕਿਉਂਕਿ ਜਦੋਂ ਕੁਐਰੀਜ਼ ਪਾਉਂਦੇ ਆ ਉਹ ਇਮੀਗ੍ਰੇਸ਼ਨ ਆਫਿਸਰਸ ਨੇ ਹੀ ਉਹਨਾਂ 'ਤੇ ਜਵਾਬ ਦੇਣਾ। ਤੇ ਜੇ ਉਹਨਾਂ ਨੂੰ 1000 ਕੁਐਰੀ ਪਈ ਹੈਗੀ ਆ, ਤੇ ਉਹ ਫਿਰ ਉਹਨਾਂ ਚਿਰ ਆਪਣੀ ਐਪਲੀਕੇਸ਼ਨ 'ਤੇ ਨਹੀਂ ਕੰਮ ਕਰ ਸਕਣਗੇ ਜਿਹੜੀਆਂ ਵੀ ਉਹਨਾਂ ਨੇ ਕੱਢਣੀਆਂ ਹੈਗੀਆਂ। ਸੋ ਆਬਵੀਅਸਲੀ ਇਹ ਸਪਲਾਈ ਐਂਡ ਡਿਮਾਂਡ ਹੁੰਦੀ ਹੈ, ਤੇ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਉਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਓਕੇ, ਥੈਂਕ ਯੂ। ਸੰਧੂ ਸਾਹਿਬ, ਸਪਾਊਸ ਵੀਜ਼ੇ ਦੀ ਜੇ ਗੱਲ ਕਰੀਏ, ਇੱਕ ਮੋਸਟ ਇੰਪੋਰਟੈਂਟ ਵੀਜ਼ਾ ਹੈ, ਕੀ ਮੰਨਦੇ ਹੋ ਕਿੰਨੀ ਕੁ ਸਕਸੈਸ ਰੇਟ ਅੱਜ ਸਪਾਊਸ ਵੀਜ਼ੇ ਦੀ? ਤੇ ਨਾਲ ਹੀ ਸਾਨੂੰ ਇਹ ਦੱਸੋ, ਕਈ ਮੈਂ ਦੇਖੇ ਨੇ ਇੱਦਾਂ ਦੇ ਸਪਾਊਸ, ਉਹ ਕਹਿੰਦੇ ਨੇ ਕਿ ਸਾਡੀ ਵਾਈਫ ਨੂੰ ਜਾਂ ਸਾਡੇ ਹਸਬੈਂਡ ਨੂੰ 4-4 ਸਾਲ ਹੋ ਗਏ, ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ, 2 ਵਾਰ ਫਾਈਲ ਉਹ ਰਿਜੈਕਟ ਹੋ ਗਈ, 5 ਸਾਲ ਵਾਲੀ ਵੀ ਮੈਂ ਦੇਖੇ ਨੇ ਵਿਚਾਰੇ। ਕੀ ਲੱਗਦਾ ਕਿ ਜਦੋਂ ਅਸੀਂ ਫਾਈਲ ਲਾਉਣੇ ਉਹਦੇ 'ਚ ਕਮੀਆਂ ਰਹਿ ਜਾਂਦੀਆਂ ਨੇ, ਜਾਂ ਫਿਰ ਅਸੀਂ ਇੱਕ ਏਜੰਟ ਨਹੀਂ ਵਧੀਆ ਚੁਣ ਸਕਦੇ, ਜਾਂ ਫਿਰ ਜਿਹੜੀਆਂ ਫੇਕ ਮੈਰਿਜਾਂ ਹੋ ਰਹੀਆਂ ਨੇ ਅੱਜ ਕੱਲ੍ਹ, ਉਹ ਵੀ ਉਹਨਾਂ ਨੇ ਇੰਪੈਕਟ ਪਾਇਆ ਇਹਨਾਂ ਚੀਜ਼ਾਂ 'ਤੇ? ਤਕਰੀਬਨ ਤੁਸੀਂ ਸਾਰੀਆਂ ਚੀਜ਼ਾਂ 'ਚ ਹੀ ਸਹੀ ਹੋ ਕਿਸੇ ਹੱਦ ਤੱਕ। ਇਹਦੇ ਵਿੱਚ ਕਾਰਨ ਇਹ ਹੈਗਾ ਵੀ ਬਹੁਤ ਸਾਰੇ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਇੱਦਾਂ ਫਾਈਲਾਂ ਲੱਗਦੀਆਂ ਸੀ, ਕੁਛ ਕੁ ਤਾਂ ਜਦੋਂ ਕੋਵਿਡ ਦੇ ਦੌਰਾਨ ਉਹਨਾਂ ਨੇ ਕਾਫੀ ਸਾਰੀਆਂ ਰਿਜੈਕਸ਼ਨਸ ਕੀਤੀਆਂ, ਪਰ ਕੁਛ ਕੁ ਇਹ ਵੀ ਹੈਗਾ ਵੀ ਟਾਈਮਿੰਗ ਦੇ ਉੱਤੇ ਵੀ, ਕਦੋਂ ਅਸੀਂ ਫਾਈਲ ਲਗਾਉਂਦੇ ਹਾਂ ਤੇ ਅੱਗੇ ਪਿੱਛੇ ਗਾਂ ਤੁਹਾਡਾ ਕਿੰਨਾ ਟਾਈਮ ਬਚਦਾ ਹੈਗਾ ਸਟੱਡੀ ਪਰਮਿਟ ਦਾ, ਲੈਟਸ ਸੇ, ਰਾਈਟ। ਜੇ ਤੁਸੀਂ ਲਾਸਟ ਸਮੈਸਟਰ ਦੇ ਨੇੜੇ ਹੋ, 6 ਮਹੀਨੇ ਤੋਂ ਘੱਟ ਰਹਿੰਦੇ ਆ, ਉਹਦੇ ਵਿੱਚ ਵੀ ਇੱਦਾਂ ਦੀਆਂ ਕਈ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਹੈਗੀਆਂ। ਤੇ ਦੂਸਰਾ ਹੈਗਾ ਵੀ ਇਹ ਫੇਕ ਮੈਰਿਜਸ ਵਗੈਰਾ ਦਾ ਸੀਗਾ, ਉਸ ਕਰਕੇ ਉਹ ਥੋੜ੍ਹਾ ਜਿਹਾ ਧਿਆਨ ਨਾਲ ਦੇਖਦੇ ਆ ਵੀ ਸਾਰੀਆਂ ਮੈਰਿਜਸ, ਖਾਸ ਕਰਕੇ ਜਦੋਂ ਥੋੜ੍ਹੇ ਸਮੇਂ ਦੇ ਵਿੱਚ ਹੀ ਹਸਬੈਂਡ ਵਾਈਫ ਜਦੋਂ ਮੈਰਿਜ ਤੋਂ ਬਾਅਦ ਸਪਾਊਸ ਇੱਥੇ ਆ ਜਾਂਦਾ, ਤੇ ਉਹਦੇ ਨਾਲ ਵੀ ਥੋੜ੍ਹਾ ਜਿਹਾ ਤੁਹਾਨੂੰ ਉਹਨਾਂ ਨੂੰ ਸ਼ੱਕ ਪੈ ਸਕਦਾ, ਜਾਂ ਕੁਛ ਵੀ ਆ ਵੀ ਤੁਹਾਨੂੰ ਡਾਕੂਮੈਂਟੇਸ਼ਨ ਤੁਹਾਡੀ ਸਟਰੋਂਗ ਹੋਣੀ ਚਾਹੀਦੀ ਹੈ। ਫਿਰ ਕਈ ਵਾਰ ਕੀ ਹੁੰਦਾ, 2-2 ਸਾਲ ਲੈਟਸ ਸੇ ਤੁਹਾਡੀ ਡਿਲੇ ਹੋ ਗਈ, ਕੋਈ ਅੱਗੇ ਪਿੱਛੇ ਵਿਜ਼ਿਟ ਕੋਈ ਨਹੀਂ ਆ, 2 ਮਹੀਨੇ ਤੁਸੀਂ ਰਹੇ ਆ ਜਾਂ ਮਹੀਨਾ, ਤੇ ਆਪਾਂ 2 ਸਾਲ ਬਾਅਦ ਕਹੀਏ ਵੀ ਹਾਂਜੀ, ਉਹ ਚੀਜ਼ਾਂ ਨੂੰ ਵੀ ਥੋੜਾ ਧਿਆਨ ਨਾਲ ਦੇਖਦੇ ਆ। ਉਹ ਚੀਜ਼ਾਂ ਮਤਲਬ ਵਿਆਹ ਜਿੰਨਾ ਪੁਰਾਣਾ ਹੋਊਗਾ ਤਾਂ ਉਹਨਾਂ ਇਮੀਗ੍ਰੇਸ਼ਨ ਆਫਿਸਰ ਉਸ ਚੀਜ਼ ਤੋਂ ਖੁਸ਼ ਹੋਊਗਾ, ਉਹ ਚੀਜ਼ਾਂ ਨੂੰ ਚੰਗਾ ਲੱਗਦਾ ਵੀ ਠੀਕ ਹੈ, ਜੈਨੂਅਨ ਵਿਆਹ। ਹਾਂਜੀ, ਇਹ ਚੀਜ਼ਾਂ ਵੀ ਹੈਗੀਆਂ, ਤੇ ਉਹਦੇ ਵਿੱਚ ਐਂ ਵੀ ਆ ਵੀ ਤੁਹਾਡਾ ਤਾਲਮੇਲ
ਉਸ ਤੋਂ ਬਾਅਦ ਕਿੰਨਾ ਕੁ ਰਿਹਾ ਹਨਾ, Okay. ਵੀ ਕਿੰਨਾ ਕੁ ਤੁਸੀਂ ਹਰ ਰੋਜ਼ ਗੱਲਬਾਤ ਕਰਦੇ ਹੋ, ਕਿੰਨਾ ਕੁ ਜੇ ਤੁਸੀਂ ਛੁੱਟੀ ਦੇ ਦੌਰਾਨ ਕਿਤੇ ਕੋਈ ਗਏ ਹੋ ਉੱਧਰ ਵਾਪਸ ਜਾਂ ਕੁਝ ਵੀ ਆ ਇਦਾਂ ਦੀਆਂ ਚੀਜ਼ਾਂ, ਇਹਨੂੰ ਲੈ ਕੇ ਇਹਨਾਂ ਦੇ ਵਿੱਚ ਖਰਚੇ ਵੀ ਆਉਂਦੇ ਆ। ਪਰ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਤੁਹਾਡਾ ਫਿਰ ਉਹਦੇ ਵਿੱਚ ਫਰਕ ਪਾਉਂਦੀਆਂ। ਹਾਂਜੀ ਓਕੇ, ਵਿਜ਼ਟਰ ਵੀਜ਼ਾ ਐਂਡ ਸੁਪਰ ਵੀਜ਼ੇ ਦੀ ਆਪਾਂ ਗੱਲ ਕਰੀਏ, ਅੱਜ ਦੇ ਟਾਈਮ ਦੇ ਵਿੱਚ ਕੀ ਲੱਗਦਾ ਸਕਸੈਸ ਰੇਟ ਕਿੰਨੇ ਕੁ ਅਪਰੂਵ ਹੋ ਰਹੇ ਨੇ, ਕਿੰਨੇ ਕੁ ਰਿਫਿਊਜ਼ ਹੋ ਰਹੇ ਨੇ, ਤੇ ਸਾਨੂੰ ਨਾਲ ਇਹ ਵੀ ਦੱਸੋ ਕਿ ਸਹੀ ਟਾਈਮ ਕਿਹੜਾ ਅੱਜ ਵਿਜ਼ਟਰ ਵੀਜ਼ਾ ਲਾਉਣ ਦਾ, ਕਿਉਂਕਿ ਹਰ ਇੱਕ ਸਟੂਡੈਂਟ ਸੋਚਦਾ ਕਿ ਆਪਣੇ ਪੇਰੈਂਟਸ ਨੂੰ ਇਸ ਕੰਟਰੀ ਦੇ ਵਿੱਚ ਬੁਲਾਇਆ ਜਾਵੇ, ਉਹਨਾਂ ਨੂੰ ਦਿਖਾਇਆ ਜਾਵੇ ਇਸ ਮੁਲਕ ਨੂੰ। ਕੀ ਲੱਗਦਾ ਸਹੀ ਸਮਾਂ ਕਿਹੜਾ ਅੱਜ? ਸਹੀ ਸਮਾਂ ਤਾਂ ਜੀ ਜਿਵੇਂ ਹੁਣ ਲਾਈਕ ਲੈਟਸ ਸੇ ਸਮਰ ਦੇ ਵਿੱਚ ਤੁਸੀਂ ਆਉਂਦੇ ਹੋ, ਕੁਝ ਵੀ ਆ ਲਾਈਕ ਜੇ ਤੁਹਾਡੇ ਕੋਲ ਇੱਕ ਸਟਰੋਂਗ ਰੀਜ਼ਨ ਹੈਗਾ, ਕੋਈ ਵੀ ਹੋ ਸਕਦਾ, ਲਾਈਕ ਲੈਟਸ ਸੇ ਜੇ ਤੁਹਾਡਾ ਕੋਈ ਇਵੈਂਟ ਆ ਰਿਹਾ ਹੈਗਾ ਜਾਂ ਤੁਸੀਂ ਵੈਸੇ ਹੀ ਉਹਨਾਂ ਨੂੰ ਬੁਲਾ ਰਹੇ, ਛੁੱਟੀਆਂ ਆ ਰਹੀਆਂ ਤੁਹਾਡੀਆਂ, ਤੇ ਤੁਸੀਂ ਕਹਿੰਦੇ ਵੀ ਮੈਂ ਆਪਣੇ ਪੇਰੈਂਟਸ ਨਾਲ ਜਾਂ ਕਿਸੇ ਜੀ ਨਾਲ ਵੀ ਆਪਣਾ ਟਾਈਮ ਸਪੈਂਡ ਕਰਨਾ ਚਾਹੁੰਦੇ ਆ, ਤੇ ਉਹ ਸਹੀ ਸਮਾਂ ਹੈ। ਲੇਕਿਨ ਉਹਦੇ ਵਿੱਚ ਕੀ ਹੈਗਾ ਵੀ ਜਿਹੜੀਆਂ ਲਾਈਕ ਪਿੱਛੇ ਅਪਰੂਵਲ ਰੇਟ ਕਾਫੀ ਲੋ ਗਿਆ, ਉਹਦੇ ਕਾਰਨ ਕਈ ਹੈਗੇ ਆ ਰਾਈਟ, ਵੀ ਇੱਕ ਤਾਂ ਵੀ ਧੜ ਸਾਰੇ ਬੰਦੇ ਇੱਕ ਦੂਜੇ ਨੂੰ ਦੇਖ ਕੇ ਲਗਾ ਦਿੰਦੇ ਆ, ਜਲਦਬਾਜ਼ੀ 'ਚ ਲਗਾ ਦਿੰਦੇ ਆ ਫਾਈਲਾਂ, ਵੀ ਪੂਰਾ ਆਪਣੀ ਪ੍ਰੋਫਾਈਲ ਅੱਛੀ ਤਰ੍ਹਾਂ ਡਾਕੂਮੈਂਟ ਨਹੀਂ ਕਰਦੇ ਗੇ ਰਾਈਟ, ਜਿਸ ਤਰ੍ਹਾਂ ਵੀ ਪੈਸੇ ਵੀ ਇੱਕਦਮ ਪਾ ਕੇ ਤੇ ਉਹ ਕੱਢ ਲਏ ਜਾਂ ਕੁਝ ਵੀ ਸਮਥਿੰਗ ਲਾਈਕ ਦੈਟ। ਸੋ ਉਹ ਜਿਹੀਆਂ ਚੀਜ਼ਾਂ ਉਹ ਦੇਖਦੇ ਆ ਕਿ ਵੀ ਤੁਹਾਡੇ ਕੋਲ ਕਿੰਨੇ ਕੁ ਵਸੀਲੇ ਹੈਗੇ ਆ ਵੀ ਆਪਣੇ ਆਪ ਨੂੰ ਤੁਸੀਂ ਇੱਥੇ ਲਾਈਕ ਜਦੋਂ ਆਓਗੇ ਵੀ ਤੁਸੀਂ ਖਰਚ ਪਾਣੀ ਆਪਣਾ ਸੰਭਾਲ ਸਕਦੇ ਹੋ ਰਾਈਟ। ਸੋ ਇੱਦਾਂ ਦੀਆਂ ਚੀਜ਼ਾਂ ਦੇ ਕਰਕੇ ਜਲਦਬਾਜ਼ੀ ਦੇ ਵਿੱਚ ਜਾਂ ਵੀ ਆਪਾਂ ਚੰਗੀ ਤਰ੍ਹਾਂ ਘੋਖਦੇ ਨਹੀਂ ਵੀ ਬੰਦੇ ਦੀ ਪ੍ਰੋਫਾਈਲ ਕੀ ਹੈ। ਕਈ ਵਾਰ ਕੋਈ ਵਧੀਆ ਬਿਜ਼ਨਸਮੈਨ ਹੁੰਦਾ ਜਾਂ ਕੋਈ ਫਾਰਮਿੰਗ ਦੇ ਵਿੱਚ ਉਹਨਾਂ ਦਾ ਅੱਛਾ ਹੁੰਦਾ ਨਾਮ, ਤੇ ਪਰ ਅੱਛੀ ਤਰ੍ਹਾਂ ਅਸੀਂ ਡਾਕੂਮੈਂਟ ਨਹੀਂ ਕਰ ਪਾਉਂਦੇ। ਓਕੇ, ਸੋ ਸੰਧੂ ਸਾਹਿਬ ਕਈ ਦੇਖੇ ਨੇ ਜਦੋਂ ਸਟੂਡੈਂਟ ਕੋਈ ਪੀਆਰ ਹੋ ਜਾਂਦਾ ਤਾਂ ਉਹ ਪੀਆਰ ਤੋਂ ਬਾਅਦ ਆਪਣੇ ਪੇਰੈਂਟਸ ਨੂੰ ਵਿਜ਼ਟਰ ਵੀਜ਼ਾ ਅਪਲਾਈ ਕਰਦਾ, ਤੁਸੀਂ ਰਿਕਮੈਂਡ ਕੀ ਕਰਦੇ ਹੋ ਕਿ ਸੁਪਰ ਵੀਜ਼ਾ ਅਪਲਾਈ ਕਰਨ ਜਾਂ ਵਿਜ਼ਟਰ ਕਰਨ? ਹਾਂਜੀ, ਬੈਟਰ ਤਾਂ ਇਹ ਰਹਿੰਦਾ ਹੈਗਾ ਕਿ ਜੇ ਤਾਂ ਤੁਹਾਡੇ ਪੇਰੈਂਟਸ ਦੀ ਕੋਈ ਟਰੈਵਲ ਹਿਸਟਰੀ ਵਗੈਰਾ ਹੈਗੀ ਹੈ ਫਿਰ ਤਾਂ ਵਿਜ਼ਟਰ ਵੀਜ਼ਾ ਵੀ ਲਗਾਇਆ ਜਾ ਸਕਦਾ, ਨਹੀਂ ਤਾਂ ਸੁਪਰ ਵੀਜ਼ਾ ਹਮੇਸ਼ਾ ਬੈਟਰ ਰਹਿੰਦਾ ਹੈਗਾ ਖਾਸ ਕਰਕੇ। ਪਰ ਉਹਦੇ ਵਿੱਚ ਤੁਹਾਨੂੰ ਇਨਕਮ ਰਿਕੁਆਇਰਮੈਂਟ ਜ਼ਰੂਰ ਹੁੰਦੀ ਹੈ ਫੈਮਿਲੀ ਸਾਈਜ਼ ਦੇ ਹਿਸਾਬ ਨਾਲ, ਤੇ ਉਹ ਆਪਾਂ ਨੂੰ ਦਿਖਾਉਣਾ ਪੈਂਦਾ ਵੀ ਹਾਂਜੀ ਤੁਹਾਡੀ ਕਿੰਨੀ ਇਨਕਮ ਹੈ। ਓਕੇ ਸੰਧੂ ਸਾਹਿਬ, ਦੇਖਿਆ ਗਿਆ ਕਿ ਕਈ ਵਾਰ ਯਾਰ ਦੋਸਤ ਮਿੱਤਰ ਹੁੰਦੇ ਨੇ, ਸਾਕ ਸੰਬੰਧੀ ਹੁੰਦੇ ਨੇ, ਉਹ ਆਪਣੇ ਬਲੱਡ ਰਿਲੇਸ਼ਨ 'ਚ ਨਹੀਂ ਆਉਂਦੇਗੇ, ਪਰ ਉਹ ਕਹਿੰਦੇ ਨੇ ਕਿ ਸਾਨੂੰ ਵੀ ਇੱਕ ਵਾਰੀ ਕੈਨੇਡਾ ਦੇ ਦਰਸ਼ਨ ਕਰਾਓ, ਸਾਡਾ ਵੀ ਤੁਸੀਂ ਵਿਜ਼ਟਰ ਵੀਜ਼ਾ ਲਵਾਓ। ਕੀ ਉਹ ਵਿਜ਼ਟਰ ਵੀਜ਼ਾ ਲੈ ਸਕਦੇ ਨੇ? ਹਾਂਜੀ ਲੈ ਸਕਦੇ, ਕਿਉਂਕਿ ਉਹਨਾਂ ਦੀ ਸਿਰਫ ਆਪਣੀ ਖੁਦ ਦੀ ਪ੍ਰੋਫਾਈਲ ਜ਼ਿਆਦਾ ਇਹਦੇ 'ਤੇ ਜਿਹੜੀ ਹੈਗੀ ਆ ਹੋਣੀ ਚਾਹੀਦੀ ਆ, ਉਹ ਜ਼ਿਆਦਾ ਮੈਟਰ ਕਰਦੀ ਆ। ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਆਫਿਸਰ ਨੂੰ ਦੱਸਣਾ, ਉਹਨਾਂ ਨੂੰ ਇਹ ਦੱਸਣਾ ਵੀ ਹਾਂਜੀ ਮੈਂ ਕੌਣ, ਮੈਂ ਕਿਉਂ ਜਾ ਰਿਹਾ ਹੈਗਾ, ਕੀ ਕਾਰਨ ਵੀ ਮੈਂ ਵਾਪਸ ਆਵਾਂਗਾ, ਹੈ ਨਾ, ਵੀ ਮੇਰੇ ਬੱਚੇ ਪੜ੍ਹ ਰਹੇ ਆ, ਮੇਰਾ ਇੱਥੇ ਕਾਰੋਬਾਰ ਚੱਲ ਰਿਹਾ ਹੈਗਾ, ਮੇਰੇ ਕੋਲ ਇੰਨਾ ਪੈਸਾ ਹੈਗਾ ਜਾਂ ਕੁਝ ਵੀ ਆ, ਜਾਂ ਮੈਂ ਪਹਿਲਾਂ ਇੱਥੇ ਫਲਾਣੇ ਮੁਲਕਾਂ ਦੇ ਵਿੱਚ ਗਿਆ ਹੈਗਾ। ਸੋ ਉਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦਾ ਬਹੁਤ ਅਸਰ ਪੈਂਦਾ ਹੈਗਾ ਜਦੋਂ ਕਰਦੇ ਆ, ਅਤੇ ਇਹ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ। ਥੈਂਕ ਯੂ। ਸਟੱਡੀ ਵੀਜ਼ੇ ਬਾਰੇ ਜੇ ਆਪਾਂ ਗੱਲ ਕਰੀਏ, ਸਟੱਡੀ ਵੀਜ਼ਾ ਦੀ ਕਿੰਨੀ ਕੁ ਅੱਜ ਸਕਸੈਸ ਰੇਸ਼ੋ ਹੈਗੀ ਆ? ਕਿਉਂਕਿ ਦੇਖਿਆ ਗਿਆ ਕਿ ਜਿਹੜੇ ਸਮੈਸਟਰ 'ਚ ਬੱਚੇ ਅਪਲਾਈ ਕਰਦੇ ਨੇ ਆਪਣਾ ਸਟੱਡੀ ਵੀਜ਼ਾ ਤਾਂ ਉਹਨਾਂ ਨੂੰ ਡੈਫਰ ਕਰਾਉਣਾ ਪੈ ਜਾਂਦਾ ਗਾ, ਕਿਉਂਕਿ ਉਦੋਂ ਤੱਕ ਉਹ ਆਉਂਦਾ ਨਹੀਂ ਗਾ। ਕੀ ਕਾਰਨ ਹੈ, ਇਹ ਕੀ ਵਜ੍ਹਾ ਇਹਦੇ ਪਿੱਛੇ? ਸੋ ਅੱਜ ਕੱਲ੍ਹ ਇੱਕ ਤਾਂ ਜੀ ਜਿਵੇਂ ਆਪਾਂ ਪਹਿਲਾਂ ਦੱਸਿਆ ਕੋਵਿਡ ਦੇ ਕਾਰਨ ਵੀ ਇਹਨਾਂ ਦੀ ਪ੍ਰੋਸੈਸਿੰਗ ਕਾਫੀ ਸਲੋ ਹੋ ਗਈ ਸੀ, ਅਤੇ ਇਸ ਕਰਕੇ ਵੀ ਵੀਜ਼ੇ ਕਾਫੀ ਲੇਟ ਆਉਣੇ ਸ਼ੁਰੂ ਹੋਏ। ਇੱਕ ਐਪਲੀਕੇਸ਼ਨਸ ਜ਼ਿਆਦਾ ਸ਼ੁਰੂ ਹੋ ਗਈਆਂ ਹੁਣ, ਜਿਵੇਂ ਇੰਡੀਆ ਦੇ ਵਿੱਚੋਂ ਬਹੁਤ ਜ਼ਿਆਦਾ ਐਪਲੀਕੇਸ਼ਨਸ ਲੱਗਦੀਆਂ। ਸੋ ਇੱਕ ਹੈਗਾ ਵੀ ਉੱਥੇ ਨਾ ਕੁਆਲਿਟੀ ਆਫ ਐਪਲੀਕੇਸ਼ਨਸ ਆ ਜਿਹੜੀਆਂ ਉਹ ਵੀ ਘੱਟ ਗਈਆਂ ਰਾਈਟ, ਵੀ ਬੇਸਿਕਲੀ 5.5 ਬੈਂਡ 'ਤੇ ਵੀ ਜਾਂ ਬਿਲਕੁਲ ਹੀ ਮਾਰਕਸ ਲੋ ਹੈਗੇ ਆ, ਉਸ ਤਰ੍ਹਾਂ ਦੀਆਂ ਐਪਲੀਕੇਸ਼ਨਸ ਵੀ ਇਹ ਸਾਰੇ ਕੈਨੇਡਾ ਵੱਲ ਝੁਕਾਅ ਕਰ ਰਹੇ ਹੈਗੇ ਆ। ਸੋ ਇਹਦੇ ਕਰਕੇ ਜਿਹੜੀ ਕੁਆਲਿਟੀ ਆਫ ਐਪਲੀਕੇਸ਼ਨਸ ਆ ਜਿਹੜੀਆਂ ਉਹ ਥੋੜ੍ਹੀਆਂ ਜਿਹੀਆਂ ਲੋਅਰ ਹੋਣ ਕਰਕੇ ਤੇ ਵੀ ਰਿਫਿਊਜ਼ਲ ਰੇਟ ਥੋੜ੍ਹਾ ਵਧਿਆ ਹੈਗਾ। ਹੁਣ ਤਕਰੀਬਨ ਮੇਰੇ ਖਿਆਲ 'ਚ ਵੀ 2/3 ਐਪਲੀਕੇਸ਼ਨਸ ਆ ਨਾ ਜਿਹੜੀਆਂ ਉਹ ਅਪਰੂਵ ਹੁੰਦੀਆਂ ਇੰਡੀਆ ਤੋਂ। ਓਕੇ ਸੰਧੂ ਸਾਹਿਬ, ਦੇਖਿਆ ਗਿਆ ਕਿ ਕੁਬੈਕ ਵਾਲੇ ਪਾਸੇ ਬੜਾ ਰੌਲਾ ਪਿਆ ਸੀ ਪਿੱਛੇ ਜੇ ਕਿ ਕਾਲਜਾਂ ਨੇ ਫੀਸਾਂ ਨਹੀਂ ਵਾਪਸ ਕੀਤੀਆਂ ਸਟੂਡੈਂਟਾਂ ਦੀ, ਤੇ ਹਜੇ ਵੀ ਨਹੀਂ ਕਰ ਰਹੇਗੇ। ਜਿਹੜੇ ਉੱਥੋਂ ਦੇ ਸਟੂਡੈਂਟਾਂ ਦਾ ਕੀ ਫਿਊਚਰ ਆ ਹੁਣ, ਕਿਉਂਕਿ ਬਹੁਤ ਸਾਰੀਆਂ ਫੀਸਾਂ ਉਹਨਾਂ ਨੇ ਕਾਲਜਾਂ 'ਚ ਡੁਬੋ ਰੱਖੀਆਂ ਨੇ ਆਪਦੀਆਂ, ਤੁਸੀਂ ਆਪਣੇ ਲੈਵਲ 'ਤੇ ਉਹਨਾਂ ਦੀ ਕੀ ਹੈਲਪ ਕਰਨੀ ਹੋਵੇ, ਕੀ ਕਰ ਸਕਦੇ ਹੋ ਫੀਸਾਂ ਨੂੰ ਲੈ ਕੇ? ਇਹ ਜੀ ਅਸੀਂ ਨਾ ਲਾਈਕ ਤਕਰੀਬਨ 2-3 ਸਾਲ ਪਹਿਲਾਂ ਕਾਫੀ ਸਟੂਡੈਂਟਸ ਦਾ ਨਾ ਵਾਹ ਪਿਆ ਸੀਗਾ ਵੀ ਬਿਕਾਜ਼ ਉਹਨਾਂ ਨੂੰ ਜਿਹੜੇ ਕਾਲਜ ਆ ਫੀਸ ਨਹੀਂ ਵਾਪਸ ਕਰ ਰਹੇ ਸੀ, ਉਹਨਾਂ ਨੂੰ ਗਲਤ ਜਾਣਕਾਰੀ ਦੇ ਰਹੇ ਸੀਗੇ ਵੀ ਹਾਂਜੀ ਇੰਨੀ ਤੁਹਾਡੀ ਬਣਦੀ ਹੈ ਐਂਡ ਆਲ ਦੈਟ।
ਉਸ ਟਾਈਮ ਤੇ ਅਸੀਂ ਇਨਵੋਲਵ ਹੋਏ ਸੀਗੇ। ਅਸੀਂ ਉਹਨਾਂ ਨੂੰ ਈਵਨ ਜਿਹੜੇ ਕੁਬੈਕ ਗਵਰਨਮੈਂਟ ਦੇ ਰੂਲਸ ਰੈਗੂਲੇਸ਼ਨ ਹੈ, ਈਵਨ ਮਿਨਿਸਟਰੀ ਤੱਕ ਵੀ ਅਪਰੋਚ ਕੀਤੀ ਉਹਨਾਂ ਦੇ ਬਿਹਾਫ ਤੇ ਸਟੂਡੈਂਟਸ ਦੇ ਵੀ ਇਹ ਕੁਛ ਹੋ ਰਿਹਾ ਹੈਗਾ। ਸੋ ਮਿਨਿਸਟਰੀ ਨੇ ਕਾਫੀ ਇਨਵੈਸਟੀਗੇਸ਼ਨਸ ਕੀਤੀਆਂ ਕਾਲਜਸ ਦੀਆਂ ਜਿਹੜੇ ਇੱਦਾਂ ਕਰ ਰਹੇ ਸੀਗੇ, ਤੇ ਉਹ ਪੈਸੇ ਵੀ ਮੁੜਵਾ ਕੇ ਦਿੱਤੇ ਕਾਫੀ ਸਟੂਡੈਂਟਸ ਦੇ ਅਸੀਂ। ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਡਿਪੈਂਡ ਕਰਦਾ, ਕਈ ਚੀਜ਼ਾਂ ਚੱਲ ਰਹੀਆਂ ਹੁਣ ਕੁਬੈਕ ਦੇ ਵਿੱਚ ਮਸਲੇ ਜਿਹੜੇ ਉਹ ਐਕਚੁਅਲੀ ਆਪਾਂ ਨੂੰ ਬਹੁਤ ਸਮਾਂ ਚਾਹੀਦਾ, ਪਰ ਇੱਕ ਤਾਂ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਉਹਨਾਂ ਦੇ ਰੂਲਸ ਚੇਂਜ ਹੋ ਰਹੇ ਆ ਹੁਣ, ਹੈ ਨਾ, ਅੱਗੇ ਜਾ ਕੇ ਵੀ ਉਹ ਕੁਬੈਕ ਦੇ ਵਿੱਚੋਂ ਵਰਕ ਪਰਮਿਟ ਨਹੀਂ ਮਿਲੇਗਾ ਜਿਹੜੇ ਸਟੂਡੈਂਟਸ ਜਾਣਗੇ। ਤੇ ਉੱਦਾਂ ਦਾ ਹੀ ਹੈਗਾ, 1-2 ਕਾਲਜ ਐਸੇ ਸੀਗੇ ਕਿ ਉਹ ਬੈਂਕਰਪਟ ਹੋ ਗਏ ਆ, ਰਾਈਟ, ਤੇ ਉਹਦੇ ਵਿੱਚ ਕੁਝ ਤੁਹਾਡੇ ਹੋਰ ਇਸ਼ੂਜ਼ ਹੈਗੇ ਆ। ਤੇ ਜਿਹੜੇ ਰੈਗੂਲਰ ਆਪਣੇ ਕਾਲਜਸ ਆ, ਜੇ ਕੋਈ ਉੱਥੇ ਚੱਲ ਰਿਹਾ ਹੈਗਾ, ਉਹਨਾਂ ਤੋਂ ਡੈਫੀਨਿਟਲੀ ਆਪਾਂ ਮੜਵਾ ਸਕਦੇ ਹੈਗੇ ਆ, ਉਹਨਾਂ ਨੂੰ ਕੀਤਾ ਜਾ ਸਕਦਾ, ਜੇ ਲੋੜ ਪਵੇ ਆਪਾਂ ਉਹਨਾਂ ਨੂੰ ਕੋਰਟ 'ਚ ਵੀ ਲਿਜਾ ਸਕਦੇ ਹਾਂ ਜਾਂ ਕੁਝ ਵੀ ਆ, ਉਹਦੇ ਵਾਸਤੇ ਆਪਾਂ ਨੂੰ ਆਪਸ਼ਨਸ ਹੈਗੀਆਂ ਸਟੂਡੈਂਟਸ ਕੋਲੇ। ਓਕੇ, ਥੈਂਕ ਯੂ। ਸੋ ਤੁਹਾਨੂੰ ਇਸ ਫੀਲਡ ਦੇ ਵਿੱਚ ਬੜਾ ਲੰਮਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਤੁਹਾਨੂੰ, ਕਿਉਂਕਿ ਅੱਜ ਇੰਡੀਆ ਬੈਠਾ ਸਟੂਡੈਂਟ ਉਹ ਸੋਚਦਾ ਕਿ ਮੈਂ ਬਰੈਂਪਟਨ ਜਾਣਾ, ਟੋਰਾਂਟੋ ਜਾਣਾ, ਵੈਨਕੂਵਰ ਜਾਣਾ, ਸਰੀ ਜਾਣਾ। ਅਸੀਂ ਇਹੀ 4-5 ਸ਼ਹਿਰਾਂ ਨੂੰ ਜ਼ਿਆਦਾ ਤਵੱਜੋ ਦਿੰਦੇ ਹਾਂ। ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿ ਇਹਨਾਂ ਪਰ, ਕਿਉਂਕਿ ਦਿਨੋਂ ਦਿਨ PR ਵੀ ਔਖੀ ਹੁੰਦੀ ਜਾ ਰਹੀ ਹੈ, ਕੀ ਲੱਗਦਾ ਤੁਹਾਨੂੰ ਕਿਹੜੇ ਪ੍ਰੋਵਿੰਸ ਦੇ ਵਿੱਚ ਉਹਨਾਂ ਨੂੰ ਜਾਣਾ ਚਾਹੀਦਾ ਜਿੱਥੇ ਉਹਨਾਂ ਨੂੰ ਆਸਾਨੀ ਦੇ ਨਾਲ ਜਿਹੜਾ ਪਰਮਾਨੈਂਟ ਰੈਜ਼ੀਡੈਂਸ ਉਹ ਹਾਸਲ ਕਰ ਲੈਣ? ਸਭ ਤੋਂ ਪਹਿਲੀ ਤਾਂ ਮੈਂ ਇਹ ਗੱਲ ਕਹਾਂਗਾ ਵੀ ਜਿੱਥੇ ਵੀ ਜਾਣ, ਇਹ ਉਸ ਜਗ੍ਹਾ ਤੇ ਜਾਣ ਜਿੱਥੇ ਵੀ ਤੁਹਾਨੂੰ ਗਾਂਹ ਅੱਗੇ ਕੋਈ ਕਾਲਜ ਵਗੈਰਾ ਚੇਂਜ ਨਾ ਕਰਨਾ ਪਵੇ ਜਾਂ ਕੁਝ ਵੀ ਹੈ ਨਾ। ਕਈ ਵਾਰ ਕੀ ਆਉਂਦਾ, ਸਟੂਡੈਂਟਸ ਆਉਂਦੇ ਆ ਤੇ ਫਿਰ ਉਹ ਦਵਾ ਫਿਰ ਅਗਲੇ ਕੋਈ ਹੋਰ ਕਾਲਜ, ਬਹੁਤ ਸਾਰਾ ਪੈਸਾ ਬਰਬਾਦ ਹੋ ਜਾਂਦਾ ਉਸ ਚੀਜ਼ 'ਚ। ਦੂਜੀ ਗੱਲ ਹੈ, ਜੇ ਥੋੜ੍ਹਾ ਜਿਹਾ ਆਪਾਂ ਪਲੈਨਿੰਗ ਨਾਲ ਚੱਲ ਗਏ ਤੇ ਜਿਵੇਂ ਵੈਨਕੂਵਰ ਹੋ ਗਿਆ, ਬਰੈਂਪਟਨ, ਟੋਰਾਂਟੋ ਦਾ ਏਰੀਆ ਹੋ ਗਿਆ, ਇਹਨਾਂ ਨੂੰ ਨਾ ਗਵਰਨਮੈਂਟ ਤਰਜੀਹ ਘੱਟ ਦਿੰਦੀ ਹੈ ਕਿਉਂਕਿ ਉੱਥੇ ਆਲਰੇਡੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਆ। ਸੋ ਜੇ ਤੁਸੀਂ ਥੋੜ੍ਹਾ ਜਿਹਾ ਇਹਨਾਂ ਸ਼ਹਿਰਾਂ ਤੋਂ, ਵੱਡੇ ਸ਼ਹਿਰਾਂ ਤੋਂ ਹਟ ਕੇ ਕਿਸੇ ਵੀ ਸ਼ਹਿਰ 'ਚ ਜਾਂਦੇ ਹੋ ਤੇ ਉੱਥੇ ਕੋਈ ਕੰਮ ਦੀ ਵੀ ਕੋਈ ਕਮੀ ਨਹੀਂ ਹੈ ਤੇ ਤੁਹਾਨੂੰ ਪੁਆਇੰਟ ਵੀ ਵੱਧ ਮਿਲਦੇ ਹੈਗੇ ਆ। ਤੇ ਇਸ ਤਰ੍ਹਾਂ ਦੇ ਜਿਹੜੀਆਂ ਜਦੋਂ ਤੁਸੀਂ ਕਰਦੇ ਹੋ ਪਲੈਨਿੰਗ ਨਾਲ ਚੱਲਦੇ ਹੋ ਤਾਂ ਮੇਰੇ ਖਿਆਲ 'ਚ ਜਿਹੜੇ ਵੀ ਪ੍ਰੋਵਿੰਸ 'ਚ ਤੁਹਾਡਾ ਲਾਈਕ ਮਨ ਕਰਦਾ ਹੈਗਾ, ਆਪਾਂ ਉੱਥੇ ਤੁਹਾਨੂੰ ਸਾਰਾ ਕੁਛ ਨਾ ਕੁਛ ਹੱਲ ਕੱਢ ਸਕਦੇ ਹਾਂ। ਓਕੇ ਸੰਧੂ ਸਾਹਿਬ, ਜੇ ਗੱਲ ਕਰੀਏ ਆਪਾਂ ਵਰਕ ਪਰਮਿਟ ਦੀ, ਬਹੁਤ ਸਾਰੇ ਇੰਡੀਆ 'ਚ ਬੈਠੇ ਲੋਕ ਸੋਚਦੇ ਨੇ ਕਿ ਅਸੀਂ ਆਈਲੈਟਸ ਕਰਨੀ ਨਹੀਂ ਹੈਗੀ, ਅਸੀਂ ਸਪਾਊਸ ਵੀਜ਼ੇ 'ਤੇ ਨਹੀਂ ਜਾਣਾ, ਅਸੀਂ ਆਪ ਜਾਣਾ ਚਾਹੁੰਦੇ ਹਾਂ। ਉਹ ਮਤਲਬ ਕਹਿਣ ਦਾ ਭਾਵ ਕਿ ਉਹ ਵਰਕ ਪਰਮਿਟ ਲੈਣਾ ਚਾਹੁੰਦੇ ਆ ਕੈਨੇਡਾ ਦਾ, ਕਿੱਦਾਂ ਉਹ ਲੈ ਸਕਦੇ ਨੇ ਬਿਨਾਂ ਆਈਲੈਟਸ ਕੀਤੇ ਤੋਂ, ਬਿਨਾਂ ਸਪਾਊਸ ਵੀਜ਼ੇ ਤੋਂ? ਕਿੱਦਾਂ ਉਹ ਵਰਕ ਪਰਮਿਟ ਲਵਾ ਸਕਦੇ ਨੇ? ਤੇ ਨਾਲ ਹੀ ਉਹਨਾਂ ਨੂੰ ਜੇ ਇੱਦਾਂ ਵਰਕ ਪਰਮਿਟ ਲੈਣਾ ਚਾਹੀਦਾ ਤਾਂ ਕਿਹੜੀਆਂ ਉੱਥੋਂ ਦੀਆਂ ਜੌਬ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਉਹਨਾਂ ਨੂੰ? ਜੀ ਜ਼ਿਆਦਾਤਰ ਜਿਹੜਾ ਮੇਰੇ ਐਕਸਪੀਰੀਅੰਸ ਆਇਆ, ਜਿਵੇਂ ਜਿਸ ਤਰ੍ਹਾਂ ਕਿ ਕੁੱਕਸ ਵਗੈਰਾ ਹੈਗੇ ਆ, ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਜਿਵੇਂ ਘੱਟ ਪੜ੍ਹੇ ਵੀ ਤੇ ਆਪਣਾ ਇੰਗਲਿਸ਼ ਜੇ ਤੁਹਾਡੀ ਥੋੜ੍ਹੀ ਲੋ ਹੈ ਉਹਦੇ ਨਾਲ ਵੀ ਚੱਲ ਜਾਂਦਾ ਹੈਗਾ ਨਾ। ਪਰ ਜਿੱਥੇ ਕਿਤੇ ਵੀ ਸਰਵਿਸ ਇੰਡਸਟਰੀ ਜਾਂ ਫਰੰਟ ਕਲਾਇੰਟ ਫੇਸਿੰਗ ਕੋਈ ਵੀ ਹੈਗੀ ਆ, ਉੱਥੇ ਤੁਹਾਨੂੰ ਇੰਗਲਿਸ਼ ਦੀ ਜ਼ਰੂਰਤ ਪੈਣੀ ਆ। ਸੋ ਜੇ ਤੁਸੀਂ ਜਿਵੇਂ ਇਸ ਹਿਸਾਬ ਨਾਲ ਆਓ ਵੀ ਆਪਣੇ ਆਪ 'ਚ ਇਨਵੈਸਟਮੈਂਟ ਕਰਨੀ ਜ਼ਰੂਰੀ ਹੈ, ਵੀ ਇੰਗਲਿਸ਼ ਵੱਲ ਵੀ ਜ਼ੋਰ ਦਿਓ, ਰਾਈਟ। ਦੂਸਰੀ ਗੱਲ ਇਹ ਹੈਗੀ ਆ ਵੀ ਜੇ ਪਹਿਲੀ ਗੱਲ ਸਿੱਧਾ ਆਪਾਂ ਕਈ ਵਾਰ ਕੀ ਹੁੰਦਾ ਵੀ ਰੁਝਾਨ ਹੁੰਦਾ ਵੀ LMIA ਲੈ ਲਓ ਤੇ ਬਸ ਵਰਕ ਪਰਮਿਟ ਅਪਲਾਈ ਕਰ ਦਿਓ, ਉਹਦੇ ਵਿੱਚ ਕਾਫੀ ਰਿਫਿਊਜ਼ਲ ਰੇਟ ਹੁੰਦਾ ਹੈ। ਕਾਰਨ ਉਹਦਾ ਇਹ ਹੁੰਦਾ ਵੀ ਉਹ ਬੰਦੇ ਦਾ ਦੇਖਦੇ ਵੀ ਇਹ ਵਾਪਸ ਜਾਏਗਾ ਕਿ ਨਹੀਂ, ਰਾਈਟ। ਤੇ ਉਹਦੇ ਵਿੱਚ ਕਈ ਵਾਰ ਆਪਣਾ ਨਾ ਵੀ ਉੱਥੇ ਸਟਕ ਹੋ ਜਾਂਦੇ ਆਪਾਂ ਨਾ, ਕਿ ਕੋਈ ਵੀ ਜੇ ਤੁਸੀਂ ਉੱਥੇ ਤੁਹਾਡੇ ਪਹਿਲਾਂ ਹੀ ਉੱਥੇ ਕੋਈ ਲੋਕਲੀ ਇੰਨੇ ਨਹੀਂ ਹੈਗੇ, ਲਾਈਕ ਸਟਰੋਂਗ ਨਹੀਂ ਹੈਗੇ ਫਾਈਨੈਂਸ਼ੀਅਲੀ, ਜਾਂ ਤੁਹਾਡੀ ਜੋਬ ਨਹੀਂ ਸਟਰੋਂਗ, ਜਾਂ ਫੈਮਿਲੀ ਟਾਈਜ਼ ਨਹੀਂ ਸਟਰੋਂਗ ਹੈਗੀਆਂ, ਉਹਨਾਂ ਕਾਰਨ ਕਰਕੇ, ਜਾਂ ਆਪਣੇ ਕੋਲ ਕੋਈ ਟਰੈਵਲ ਹਿਸਟਰੀ ਨਹੀਂ ਹੈਗੀ, ਤੇ ਉਹਨਾਂ ਕਰਕੇ ਕਈ ਵਾਰ ਸਟਕ ਹੋ ਜਾਂਦੇ ਆ। ਉਹਦੇ ਲਈ ਬੈਟਰ ਹੁੰਦਾ ਜੇ ਤੁਹਾਡੇ ਕੋਲ ਪਹਿਲਾਂ ਕੋਈ ਵਿਜ਼ਟਰ ਵੀਜ਼ਾ ਹੈ, ਕਿਤੇ ਯੂਰਪ, US, ਕੈਨੇਡਾ ਤੁਸੀਂ ਪਹਿਲਾਂ ਘੁੰਮੇ ਹੋ ਐਂਡ ਆਲ ਦੈਟ, ਉਹੋ ਜਿਹੇ ਬੰਦਿਆਂ ਨੂੰ ਇਹਨਾਂ ਚੀਜ਼ਾਂ 'ਚ ਜ਼ਿਆਦਾ ਟਰਾਈ ਕਰਨਾ ਚਾਹੀਦਾ। ਜਿਹੜੇ ਦੂਸਰੇ ਇਕੱਲੇ ਇੰਡੀਆ 'ਚ ਬੈਠੇ ਆ ਜਾਂ ਕੁਝ ਵੀ ਆ, ਕਈ ਵਾਰ ਉਹਨਾਂ ਦਾ ਪੈਸਾ ਬਹੁਤ ਖਰਾਬ ਹੋ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚ। ਓਕੇ ਸੰਧੂ ਸਾਹਿਬ, ਬੈਨ ਅਤੇ ਜੇ ਆਪਾਂ ਡਿਪੋਰਟ ਦੀ ਗੱਲ ਕਰੀਏ, ਬਹੁਤੇ ਸਟੂਡੈਂਟ ਡਿਪੋਰਟ ਹੋਏ ਨੇ, ਜਾਂ ਤਾਂ ਉਹ ਡਿਊਰਿੰਗ ਸਟੱਡੀ ਦੇ ਵਿੱਚ ਕੰਮ ਜ਼ਿਆਦਾ ਕਰ ਬਹਿੰਦੇ ਨੇ, 30-30 40-40 ਘੰਟੇ ਵੀ ਦੇਖੇ ਨੇ ਸਟੂਡੈਂਟ ਕਰਦੇ ਨੇ। ਪਰ ਕਈ ਸਟੂਡੈਂਟਾਂ ਨਾਲ ਜਦੋਂ ਗੱਲ ਕਰੀਦੀ ਆ, ਆਪਾਂ ਮੰਨਦੇ ਹਾਂ ਕਿ 20 ਘੰਟੇ ਦਾ ਕਾਨੂੰਨ ਆ, ਲਾਅ 20 ਘੰਟੇ ਕਹਿੰਦਾ ਕਿ ਡਿਊਰਿੰਗ ਸਟੱਡੀ ਤੁਸੀਂ 20 ਘੰਟੇ ਕੰਮ ਕਰਨਾ। ਪਰ ਅੱਜ ਦੇਖਿਆ ਸਟੂਡੈਂਟ ਜਿਹੜੇ ਉਹ 22 ਘੰਟੇ ਕੰਮ ਕਰ ਰਿਹਾ, ਕੋਈ 24 ਵੀ ਕਰ ਰਿਹਾ। ਉਹ ਕਹਿੰਦੇ ਨੇ ਕਿ ਮੇਰੇ ਨਾਲ ਦਾ ਜੋ ਹੈਗਾ ਉਹਨੇ 24 ਘੰਟੇ ਕੰਮ ਕੀਤਾ, ਉਹਨੇ ਵਰਕ ਪਰਮਿਟ ਉਹਦਾ ਅਪਰੂਵ ਹੋ ਗਿਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਅਸਲੀਅਤ ਕੀ ਹੋਣਾ ਚਾਹੀਦਾ? ਹਾਂਜੀ, ਇਹ ਨਾ ਇੱਕ ਬਹੁਤ ਵੱਡਾ ਰਿਸਕ ਲੈ ਰਹੇ ਆ।
ਕਿਉਂਕਿ ਜਦੋਂ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਰਿਸਕ ਲੈਂਦੇ ਹੋ 2 ਘੰਟੇ ਦਾ ਹੋਵੇ ਭਾਵੇਂ 1 ਘੰਟੇ ਦਾ ਹੋਵੇ, ਇਹ ਡਿਪੈਂਡ ਕਰੇਗਾ ਵੀਜ਼ਾ ਆਫਿਸਰ ਨੇ ਉਹਨੂੰ ਦੇਖਿਆ ਕਿ ਨਹੀਂ ਦੇਖਿਆ, ਹੈ ਨਾ। ਤੇ ਜੇ ਦੇਖਿਆ ਤਾਂ ਉਹਨਾਂ ਨੇ ਵੀ ਅੱਖੋਂ ਪਰੋਖੇ ਕੀਤਾ ਕਿ ਨਹੀਂ ਕੀਤਾ, ਰਾਈਟ। ਸੋ ਜੇ ਉਹਨਾਂ ਨੇ ਦੇਖ ਲਿਆ ਤਾਂ ਇਸ਼ੂ ਬਣਾ ਲਿਆ, ਫਿਰ ਤੁਸੀਂ ਉਹਦੇ ਵਿੱਚ ਤੁਹਾਨੂੰ ਟਰਬਲ ਆ ਜਾਣੀ ਹੈ, ਰਾਈਟ। ਸੋ ਬੈਟਰ ਹਮੇਸ਼ਾ ਇਹ ਰਹਿੰਦਾ ਵੀ ਕਾਨੂੰਨ ਦੇ ਦਾਇਰੇ 'ਚ ਰਿਹਾ ਜਾਵੇ ਤਾਂ ਜ਼ਿਆਦਾ ਵਧੀਆ ਰਹਿੰਦਾ, ਰਾਈਟ। ਕਿਉਂਕਿ ਐਵੇਂ ਜੇ ਤੁਸੀਂ ਨਿੱਕੀ ਮੋਟਾ ਕੋਈ ਸਟੈਪ ਲੈ ਲੈਂਦੇ ਹੋ ਜਾਂ ਕਹਿ ਦਿੰਦੇ ਇਹਦੇ 'ਚ ਕੁਛ ਨਹੀਂ ਆ, ਕਈ ਵਾਰ ਕੀ ਹੁੰਦਾ ਊਬਰ ਜਾਂ ਸਕਿਪ ਵਗੈਰਾ ਇੱਦਾਂ ਦੀਆਂ ਉਹ ਕਰੀ ਜਾਂਦੇ, ਉਹ ਕਹਿੰਦੇ ਇੱਥੇ ਕਿਹੜਾ ਘੰਟੇ ਕਾਊਂਟ ਹੋਣੇ ਆ, ਪਰ ਉਹ ਸਾਰੀਆਂ ਦੀਆਂ ਸਾਰੀਆਂ ਰਿਪੋਰਟਸ ਨਿਕਲ ਸਕਦੀਆਂ। ਤੇ ਇਹ ਵੀ ਹੋ ਵੀ ਰਿਹਾ ਹੈਗਾ, ਉਹ ਦੇਖਦੇ ਹੈਗੇ ਇਹਨਾਂ ਚੀਜ਼ਾਂ ਨੂੰ। ਕਈ ਸਟੂਡੈਂਟਸ ਤੇ ਇੱਦਾਂ ਹੋਇਆ, ਇਸ਼ੂਜ਼ ਪਏ ਆ ਇੱਦਾਂ ਦੇ। ਸੋ ਬੈਟਰ ਹੈ ਕਿ ਵੀ ਇਹਨੂੰ ਜਿੰਨਾ ਦਾਇਰੇ ਦੇ ਵਿੱਚ ਰਹਿ ਕੇ ਕੀਤਾ ਜਾਵੇ ਤਾਂ ਬੈਟਰ ਰਹਿੰਦਾ, ਗਾਂ ਫਿਊਚਰ ਵਾਸਤੇ ਤੁਹਾਡੇ ਤੁਸੀਂ ਦਾਅ 'ਤੇ ਲਾ ਰਹੇ ਹੋ। ਨਹੀਂ ਤਾਂ ਸੰਧੂ ਸਾਹਿਬ, ਜਿਹੜਾ ਬੱਚਾ ਡਿਪੋਰਟ ਹੋ ਜਾਂਦਾ ਗਾ ਉਸ ਤੋਂ ਬਾਅਦ ਕੋਈ ਚਾਂਸਸ ਹੁੰਦੇ ਨੇ ਉਹਦੇ ਦੁਬਾਰਾ ਆ ਸਕਦਾ ਉਹ ਫਿਰ ਇੱਥੇ? ਬਹੁਤ ਲੋ ਚਾਂਸਸ ਹੁੰਦੇ ਆ ਜੀ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਵੀ ਤੁਹਾਡੇ ਤੇ ਪਹਿਲੀ ਗੱਲ ਤਾਂ ਆਮ ਤੌਰ ਤੇ 5 ਸਾਲ ਦਾ ਬੈਨ ਲੱਗਦਾ ਹੈ, ਰਾਈਟ। ਸੋ ਜੇ 5 ਸਾਲ ਦਾ ਬੈਨ ਆ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਈਕ ਵੀ ਜਾਂ ਤਾਂ ਵੀ ਉਹ ਆਥਰਾਈਜੇਸ਼ਨ ਚਾਹੀਦੀ ਹੈ ਵਾਪਸ ਆਉਣ ਨੂੰ ਜਾਂ ਕੁਝ ਵੀ ਆ। ਜਦੋਂ ਤੁਸੀਂ ਐਪਲੀਕੇਸ਼ਨ ਦੁਬਾਰਾ ਲਾਓਗੇ, ਨਵਾਂ ਵੀਜ਼ਾ ਲੈਣਾ ਪੈਣਾ, ਉਹਨਾਂ ਨੇ ਤੁਹਾਡੀ ਫਾਈਲ ਚਾਂਸਸ ਆਰ ਕੇ ਵੀ ਉਹ ਚਾਂਸ ਘੱਟ ਉਹਨਾਂ ਨੇ ਉਹਦੇ ਬੇਸ ਤੇ ਕਹਿ ਦੇਣਾ ਵੀ ਆ ਦੇਖੋ ਜੀ ਅਸੀਂ ਤੁਹਾਨੂੰ ਦੇ ਨਹੀਂ ਸਕਦੇ। ਪਰ ਕਈ ਵਾਰ ਕੋਈ ਰੇਅਰ ਚਾਂਸਸ ਦੇ ਵਿੱਚ ਮਿਲ ਵੀ ਸਕਦਾ, ਐਡੀ ਨਹੀਂ ਕੋਈ ਗੱਲ। ਓਕੇ, ਥੈਂਕ ਯੂ। ਸੰਧੂ ਸਾਹਿਬ, ਤੁਸੀਂ ਇੱਕ ਇਸ ਬਿਜ਼ਨਸ ਤੋਂ ਥੋੜ੍ਹਾ ਜਿਹਾ ਹਟ ਕੇ ਇੱਕ ਆਪਣਾ ਨਿੱਜੀ ਵਿਚਾਰ ਦੱਸੋ ਇੱਥੇ ਕਿ ਅੱਜ ਕੈਨੇਡਾ ਦੇ ਵਿੱਚ ਜਿਹੜੇ ਇੰਡੀਆ ਤੋਂ ਹਰ ਕੋਈ ਸੋਚਦਾ ਕਿ ਮੈਂ ਵੀ ਕੈਨੇਡਾ ਜਾਣਾ, ਮੈਂ ਵੀ ਜਾਣਾ, ਉਹ ਗਿਆ ਮੇਰੇ ਨਾਲ ਦਾ। ਲਿਵਿੰਗ ਸਟੈਂਡਰਡ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕਿ ਆਉਣਾ ਚਾਹੀਦਾ ਅੱਜ ਕਿ ਨਹੀਂ ਆਉਣਾ ਚਾਹੀਦਾ ਅੱਜ ਦੇ? ਕਿਉਂਕਿ ਅੱਜ ਬਦਲ ਚੁੱਕਿਆ ਕੈਨੇਡਾ, ਤੁਹਾਨੂੰ ਵੀ ਪਤਾ। ਕ੍ਰਾਈਮ ਰੇਸ਼ੋ ਡੇ ਬਾਏ ਡੇ ਇਨਕਰੀਜ਼ ਹੁੰਦੀ ਜਾ ਰਹੀ ਹੈ, ਮਹਿੰਗਾਈ ਦੀ ਗੱਲ ਕਰ ਲਓ ਉਹ ਵੱਧਦੀ ਜਾ ਰਹੀ ਆ, ਮਤਲਬ ਹਰ ਬਦਲ ਰਿਹਾ ਇੱਥੇ। ਕੀ ਕਹਿਣਾ ਚਾਹੋਗੇ ਤੁਸੀਂ, ਇੱਕ ਤੁਹਾਡਾ ਇੱਕ ਨਿੱਜੀ ਵਿਚਾਰ ਕੀ ਹੈ? ਇੱਕ ਨਹੀਂ, ਓਵਰ ਦਾ ਲੌਂਗ ਰਨ ਨਾ ਜੀ, ਜੇ ਤਾਂ ਤੁਸੀਂ ਆਉਂਦੇ ਹੋ ਵੀ ਡਿਪੈਂਡ ਕਰਦਾ ਵੀ ਤੁਹਾਡਾ ਮਾਈਂਡ ਸੈੱਟ ਕੀ ਹੈਗਾ, ਰਾਈਟ। ਜੇ ਤਾਂ ਤੁਸੀਂ ਥੋੜਾ ਪਲੈਨਿੰਗ ਨਾਲ ਆਉਂਦੇ ਹੋ ਵੀ ਇੰਗਲਿਸ਼ ਸਿੱਖਣੀ ਆ ਜੀ, ਪੜ੍ਹਾਈ ਕਰਨੀ ਹੈਗੀ ਆ, ਅੱਛੀ ਜੌਬ ਲੈਣੀ ਹੈਗੀ ਆ, ਨੋ ਦੈਟ ਉੱਥੇ ਤੁਹਾਨੂੰ ਸਾਰੀਆਂ ਓਪਰਚੁਨਿਟੀਜ਼ ਹੈਗੀਆਂ। ਜਾਂ ਜਿਵੇਂ ਜੇ ਕੁਛ ਪ੍ਰੋਫੈਸ਼ਨ ਹੈਗੇ ਆ, ਜਿਵੇਂ ਟਰੱਕਿੰਗ ਹੋ ਗਿਆ ਜਾਂ ਕੋਈ ਹੋਰ ਇੱਧਰ ਹੈਗਾ ਆਪਣਾ ਬਿਜ਼ਨਸ ਖੋਲ੍ਹਣਾ ਹੈ, ਨੋ ਦੈਟ ਉਹਦੇ ਵਿੱਚ ਤੁਹਾਡੇ ਕੋਲ ਹੈਗਾ ਅੱਛੇ ਹੈਗੇ। ਜੇ ਤੁਸੀਂ ਆਪਣੇ ਆਪ ਨੂੰ ਮੋਲਡ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ 'ਚ, ਨਾ ਵੀ ਇੰਗਲਿਸ਼ ਸਿੱਖਣੀ ਆ ਜਾਂ ਕੋਈ ਆਪਾਂ ਵੀ ਆਪਣੇ ਆਪ ਨੂੰ ਇੰਪਰੂਵ ਕਰਨਾ, ਫਿਰ ਕਈ ਵਾਰ ਤੁਹਾਡੇ ਲਈ ਮੁਸ਼ਕਲ ਵੀ ਹੁੰਦੀ ਹੈ। ਜੇ ਕਈ ਵਾਰ ਕੀ ਹੁੰਦਾ ਤੁਸੀਂ ਉੱਥੇ ਵਧੀਆ ਸੈੱਟ ਹੈਗੇ ਹੋ ਅਤੇ ਕਈ ਵਾਰ ਤੁਸੀਂ ਇਹਨਾਂ ਚੀਜ਼ਾਂ ਨੂੰ ਅੱਖੋਂ ਪਰੋਖੇ ਕਰਕੇ ਵੀ ਕਹਿੰਦੇ ਵੀ ਨਹੀਂ ਕੈਨੇਡਾ ਹੀ ਜਾਣਾ, ਰਾਈਟ। ਜੇ ਉੱਥੇ ਤੁਸੀਂ ਕੰਮ ਨਹੀਂ ਕਰ ਰਹੇ, ਇੱਥੇ ਤੁਸੀਂ ਵੀ ਪੂਰਾ ਲਾਈਕ ਵੀ ਜਿਵੇਂ ਡਟ ਕੇ ਕੰਮ ਕਰਨਾ, ਉਹਦੇ ਵਿੱਚ ਵੀ ਦੇਖੋ ਨਾ ਵੀ ਜਿੱਥੇ ਤੁਹਾਨੂੰ ਕਿੱਥੇ ਜਾ ਕੇ ਤੁਹਾਨੂੰ ਬੈਟਰ ਰਹੇਗਾ। ਥੈਂਕ ਯੂ। ਸੰਧੂ ਸਾਹਿਬ, ਦੇਖਿਆ ਗਿਆ ਕਿ ਇੰਡੀਆ ਦੇ ਵਿੱਚ ਇੱਦਾਂ ਦੇ ਏਜੰਟ ਹੁੰਦੇ ਨੇ ਕਿ ਇੱਕ ਵਾਰ ਪੈਸੇ ਲੈ ਲੈਂਦੇ ਨੇ, ਫਿਰ ਉਹ ਜਦੋਂ ਬੱਚੇ ਦਾ ਰਿਫਿਊਜ਼ਲ ਆ ਜਾਂਦੀ ਤਾਂ ਵਾਪਸ ਨਹੀਂ ਕਰਦੇ। ਮਤਲਬ ਠੱਗੀ ਠੋਰੀ ਬੜੀ ਚੱਲਦੀ ਪਈ ਅੱਜ ਪੰਜਾਬ ਦੇ ਵਿੱਚ, ਬਹੁਤ ਸਾਰੇ ਏਜੰਟ ਹੋ ਗਏ ਨੇ। ਸੋ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਗੱਲਾਂ ਸਾਨੂੰ ਧਿਆਨ ਦੇ ਵਿੱਚ ਰੱਖ ਕੇ ਵੀਜ਼ਾ ਕਿਸੇ ਤੋਂ ਲਵਾਉਣਾ ਚਾਹੀਦਾ? ਉਹ ਕਿਹੜੀਆਂ ਗੱਲਾਂ ਨੇ ਵੀ ਅਸੀਂ ਕਹਿ ਸਕੀਏ ਕਿ ਆਹ ਏਜੰਟ ਆ ਚੰਗਾ, ਕਾਨੂੰਨ ਦੇ ਅਕੋਰਡਿੰਗ ਕਿਹੜਾ ਏਜੰਟ ਸਹੀ ਆ? ਸਭ ਤੋਂ ਪਹਿਲੀ ਗੱਲ ਤਾਂ ਜੀ ਉਹਦੇ ਕੋਲੇ ਲਾਇਸੈਂਸ ਹੋਣਾ ਚਾਹੀਦਾ, ਜਿਵੇਂ RCIC ਮੈਂਬਰ ਹੋਣਾ ਚਾਹੀਦਾ, ਬਕਾਇਦਾ ਲਾਇਸੈਂਸ ਦਾ ਗਵਰਨਮੈਂਟ ਅਪਰੂਵਡ ਹੈ, ਰਾਈਟ। ਅਤੇ ਉਹਦੇ 'ਤੇ ਓਵਰਸਾਈਟ ਹੈ, ਸਾਡੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਕਲਾਇੰਟ ਦੇ ਪ੍ਰਤੀ, ਰਾਈਟ। ਉਸ ਤੋਂ ਬਿਨਾਂ ਤੁਸੀਂ ਲਗਾਓਗੇ ਤਾਂ ਉਹ ਵੈਸੇ ਤਾਂ ਗੈਰ ਕਾਨੂੰਨੀ ਆ। ਪੰਜਾਬ ਦੀ ਗਵਰਨਮੈਂਟ ਉਹਨੂੰ ਮੰਨੇ ਜਾਂ ਨਾ ਮੰਨੇ, ਪਰ ਕੈਨੇਡਾ ਦੇ ਹਿਸਾਬ ਨਾਲ ਉਹ ਗੈਰ ਕਾਨੂੰਨੀ ਹੈ, ਰਾਈਟ। ਅਤੇ ਦੂਸਰੀ ਗੱਲ ਇਹ ਆ ਵੀ ਜਿਹੜਾ ਵੀ ਕੋਈ ਏਜੰਟ ਪਹਿਲੀ ਗੱਲ ਤਾਂ ਮੈਂਬਰ ਨਹੀਂ ਹੈਗਾ, ਅਤੇ ਦੂਸਰਾ ਹੈਗਾ ਜਿਹੜਾ ਵੀ ਤੁਹਾਨੂੰ ਕੋਈ ਗਰੰਟੀ ਦਿੰਦਾ ਉਹਦੇ ਤੋਂ ਭੱਜੋ। ਜੇ 100% ਗਰੰਟੀ ਦਿੰਦਾ ਤਾਂ 100% ਹੀ ਭੱਜੋ। ਮੈਂ ਆਪਣੀ ਇੱਕ ਪਿਛਲੀ ਵੀਡੀਓ 'ਚ ਵੀ ਕਹਿ ਕੇ ਗਿਆ ਸੀਗਾ ਕਿ ਏਜੰਟ ਨੇ ਵੀਜ਼ਾ ਨਹੀਂ ਲਵਾਉਣਾਗਾ, ਵੀਜ਼ਾ ਆਫਿਸਰ ਨੇ ਦੇਣਾ। ਉਹੀ ਗੱਲ, ਜੇ ਏਜੰਟ ਨੇ ਵੀਜ਼ਾ ਦੇਣਾ ਹੁੰਦਾ ਤਾਂ ਸਾਰਾ ਪੰਜਾਬ ਇੱਥੇ ਹੁੰਦਾ। ਸੋ ਇਹ ਚੀਜ਼ਾਂ ਅਸੀਂ ਉਹ ਹੋ ਜਾਂਦੇ, ਪਿੱਛੇ ਹੋਏ ਨੇ, ਸੋਚਦੇ ਨਹੀਂਗੇ। ਹਾਂਜੀ, ਨਹੀਂ ਉਹੀ ਚੀਜ਼ ਹੈ ਨਾ ਵੀ ਬੇਸਿਕਲੀ ਜਿਹੜੇ ਸਾਡੇ ਰੂਲਸ ਹੈਗੇ ਆ ਨਾ, ਐਥਿਕਸ ਦਾ ਕੋਡ ਆਫ ਕੰਡਕਟ ਹੈਗਾ, ਉਹਦੇ ਵਿੱਚ ਸਾਨੂੰ ਇਹ ਮਨਾਹੀ ਹੈ, ਕਿਸੇ ਨੂੰ ਅਸੀਂ ਗਰੰਟੀ ਨਹੀਂ ਦੇ ਸਕਦੇ, ਕਿਉਂਕਿ ਨਾ ਹੀ ਅਸੀਂ ਕਿਤੇ ਲਿਖ ਸਕਦੇ ਹਾਂ ਵੀ ਹਾਂਜੀ ਆ ਤੁਹਾਡਾ ਵੱਟ ਤੇ ਪਿਆ ਹੈਗਾ ਜੀ ਵੀਜ਼ਾ, ਤੇ ਚੱਕ ਲਓ ਆ ਕੇ। ਤੁਹਾਡੇ ਅਕੋਰਡਿੰਗ ਜਿਹੜਾ ਕਹਿੰਦਾ ਕਿ ਮੈਂ 100% ਵੀਜ਼ਾ ਲਵਾਉਂਗਾ, ਦੈਟ ਮੀਨ ਉਹ ਫੇਕ ਤੁਹਾਡੇ ਨਾਲ ਕਰ ਰਿਹਾ, ਮੋਸਟ ਲਾਈਕਲੀ ਉਹ RCIC ਮੈਂਬਰ ਨਹੀਂ ਹੋਏਗਾ ਪਹਿਲੀ ਗੱਲ ਤਾਂ। ਤੇ ਦੂਸਰਾ ਹੈਗਾ ਵੀ ਉਹ ਤੁਹਾਨੂੰ ਝੂਠੇ ਧਰਵਾਸੇ ਦੇ ਰਿਹਾ
ਤੇ ਕੀ ਕਹਿੰਦੇ ਆ ਅੱਗੇ ਜਾ ਕੇ ਤੁਹਾਨੂੰ ਨਿਰਾਸ਼ਾ ਹੋ ਸਕਦੀ ਹੈ। ਜੇ ਤੀਰ ਤੁੱਕਾ ਲੱਗ ਗਿਆ ਤਾਂ ਅਗਲਾ ਕਹਿ ਦਿੰਦਾ ਵੀ ਉਹਨੇ ਰੌਲਾ ਪਾਉਣਾ ਪੂਰਾ ਵੀ ਹਾਂਜੀ ਇਹ ਦੇਖੋ ਵੀ ਮੈਂ ਤਾਂ ਵੀਜ਼ਾ ਲਿਆਤਾ ਸੀ ਤਾਂ ਵੀ ਬਹੁਤ ਵਧੀਆ ਕੰਮ ਕਰਦੇ ਆ। ਕਿਉਂਕਿ ਇਹ ਆਪਾਂ ਦੇਖਿਆ ਪੰਜਾਬ ਦੇ ਵਿੱਚ ਜੇ 100 ਫਾਈਲਾਂ ਕਿਸੇ ਏਜੰਟ ਨੇ ਲਈਆਂ ਨੇ ਤਾਂ 3 ਉਹਦੇ ਚ ਅਪਰੂਵ ਹੋਈਆਂ ਤਾਂ 3 ਦਾ ਹੀ ਰੌਲਾ ਪਾਉਂਦਾ ਉਹ। 97 ਬਾਰੇ ਨਹੀਂ ਦੱਸਦਾ ਕਿਉਂ ਉਹ ਰਿਫਿਊਜ਼ ਹੋਈਆਂ। ਸੋ ਸੰਧੂ ਸਾਹਿਬ ਤੁਹਾਡੇ ਆਪਣਾ ਆਪਾਂ ਆਟਵਾ 'ਚ ਬੈਠੇ ਹਾਂ ਇਸ ਟਾਈਮ ਤੁਹਾਡੇ ਆਫਿਸ ਦੇ ਵਿੱਚ, ਇਸ ਤੋਂ ਇਲਾਵਾ ਤੁਹਾਡੀਆਂ ਹੋਰ ਕਿੱਥੇ ਬ੍ਰਾਂਚਸ ਹੈਗੀਆਂ ਨੇ? ਹਾਂਜੀ, ਆਪਣਾ ਬਰੈਂਪਟਨ ਦੇ ਵਿੱਚ ਵੀ ਆਫਿਸ ਹੈਗਾ ਤੇ ਇੰਡੀਆ ਦੇ ਵਿੱਚ ਆਪਣੇ 2 ਆਫਿਸਿਸ ਹੈਗੇ ਆ, ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ। ਓਕੇ, ਥੈਂਕ ਯੂ। ਮੈਂ ਜਿਹੜੇ ਵੀ ਵੀਰ ਇਹ ਵੀਡੀਓ ਸੁਣ ਰਹੇ ਨੇ, ਕੋਈ ਵੀ ਸਟੂਡੈਂਟ, ਤਾਂ ਸਕਰੀਨ ਦੇ ਥੱਲੇ ਸੰਧੂ ਸਾਹਿਬ ਦੇ ਆਟਵਾ ਦੇ ਜੋ ਆਫਿਸ ਦਾ ਐਡਰੈਸ ਆ ਉਹ ਆ ਰਿਹਾ, ਤੇ ਨਾਲ ਹੀ ਇਹਨਾਂ ਨੇ ਜੋ ਦੱਸਿਆ ਬਰੈਂਪਟਨ ਦਾ, ਸ੍ਰੀ ਮੁਕਤਸਰ ਸਾਹਿਬ ਦਾ, ਫਰੀਦਕੋਟ ਦਾ, ਉਹਨਾਂ ਦੇ ਸਾਰਿਆਂ ਦੇ ਐਡਰੈਸ ਸਕਰੀਨ ਦੇ ਥੱਲੇ ਆ ਰਹੇ ਨੇ। ਤਾਂ ਤੁਸੀਂ ਇਸ ਤੋਂ ਇਲਾਵਾ ਹੋਰ ਜਾਣਕਾਰੀ ਲੈਣੀ ਹੈ ਜਾਂ ਕੋਈ ਸਟੱਡੀ ਵੀਜ਼ਾ, ਕੋਈ ਵੀ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਤਾਂ ਸੰਧੂ ਸਾਹਿਬ ਦੀ ਟੀਮ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਐਨੀ ਟਾਈਮ। ਸੋ ਆਖਿਰ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਜਦੋਂ ਵੀ ਅਸੀਂ ਕੈਨੇਡਾ ਆਉਣ ਦਾ ਪਲਾਨ ਬਣਾਉਣੇ ਆ ਤਾਂ ਸਾਨੂੰ ਰਾਏ ਮਸ਼ਵਰਾ ਕਰ ਲੈਣਾ ਚਾਹੀਦਾ, ਚਾਹੇ ਏਜੰਟ ਦੇ ਨਾਲ, ਚਾਹੇ ਤੁਹਾਡਾ ਕੋਈ ਸਾਕ ਸੰਬੰਧੀ ਭੈਣ ਭਰਾ ਕੈਨੇਡਾ ਦੇ ਵਿੱਚ ਬੈਠਾ, ਸਾਨੂੰ ਪੁੱਛ ਲੈਣਾ ਚਾਹੀਦਾ ਕਿ ਮੇਰੇ ਲਈ ਕਿਹੜਾ ਕਾਲਜ ਬੈਸਟ ਰਹੂਗਾ, ਕਿਹੜੀ ਸਟੱਡੀ ਵਧੀਆ ਰਹੂਗੀ, ਕਿਹੜਾ ਪ੍ਰੋਵਿੰਸ ਵਧੀਆ, ਤਾਂ ਜੋ ਤੁਹਾਨੂੰ ਅੱਗੇ ਜਾ ਕੇ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸੋ ਸੰਧੂ ਸਾਹਿਬ ਬਹੁਤ ਵਧੀਆ ਲੱਗਿਆ ਮਿਲ ਕੇ ਤੁਹਾਡੇ ਨਾਲ, ਥੈਂਕ ਯੂ, ਨਾਈਸ ਟੂ ਮੀਟ, ਥੈਂਕ ਯੂ। ਸੋ ਦੋਸਤੋ ਇਹ ਸੀਗੇ ਅੱਜ ਰਾਜਵਿੰਦਰ ਸੰਧੂ ਜੀ ਜੋ ਕਿ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਨੇ ਆਟਵਾ ਦੇ ਵਿੱਚ। ਸੋ ਅਗਲੇ ਹਫਤੇ ਆਪਾਂ ਇੱਕ ਨਵੀਂ ਪਰਸਨੈਲਿਟੀ ਦੇ ਨਾਲ ਤੁਹਾਨੂੰ ਮਿਲਾਵਾਂਗੇ। ਸੋ ਜੁੜੇ ਰਹੋ ਟਾਕ ਵਿਦ ਸਮਾਗ ਦੇ ਨਾਲ। ਥੈਂਕ ਯੂ ਸੋ ਮਚ।